कि रिफ्यूज़ल तो बाद सक्सैस की पॉसिबिलिटी कितनी क रह जाती है, कि रिफ्यूज़ल का मतलब एंड है। दोनों भैन भरा दे चेहरे ते खुशियां आ गईयां। सर उम्मीद ਤਾਂ ਨਹੀਂ ਸੀ ਜਦੋਂ ਫਾਈਲ ਲੈ ਗਏ ਸੀਗੇ ਪਹਿਲਾਂ ਇੱਕ ਵਾਰ ਰਿਫਿਊਜ਼ ਸੀ। पहला रिफ्यूज होया वीजा, फिर कीती अंबैसी ने हाँ। ਮੈਂ ਬਸ ਇਹੀ ਮੇਰਾ ਸੁਪਨਾ ਸੀ, ਮੇਰਾ ਕੈਨੇਡਾ ਦਾ ਵੀਜ਼ਾ ਮੇਰੇ ਹੱਥ 'ਚ ਹੋਵੇ। ਅੱਜ ਮੇਰਾ ਹੱਥ 'ਚ ਆ, ਮੈਨੂੰ ਸਮਝ ਨਹੀਂ ਲੱਗਦੀ ਮੈਂ ਬੋਲਾਂ ਕੀ। ਜਦੋਂ ਕਿਸੇ ਚੀਜ਼ ਦੀ ਉਮੀਦ ਨਾ ਹੋਵੇ ਤੇ ਉਹ ਪੂਰੀ ਹੋ ਜਾਵੇ ਤੇ ਅਕਸਰ ਸ਼ਬਦ ਖਤਮ ਹੋ ਜਾਂਦੇ ਨੇ। ਵੀਜ਼ਾ ਰਿਫਿਊਜ਼ ਦੀਆਂ ਬਹੁਤ ਕੇਸ ਹਿਸਟਰੀਆਂ ਤੁਸੀਂ ਦੇਖੀਆਂ ਹੋਣਗੀਆਂ, ਪਰ ਇਹ ਸਫਲਤਾ ਦੀ ਕਹਾਣੀ ਵੱਖਰੀ ਹੈ। ਇਹ ਜਿਹੀ ਕਹਾਣੀ ਹੈ ਜੋ ਸਾਬਤ ਕਰਦੀ ਹੈ ਕਿ ਰਿਫਿਊਜ਼ਲ ਕਿਸੇ ਵੀ ਕੰਮ ਦਾ ਐਂਡ ਨਹੀਂ ਹੈ। ਜੇਕਰ ਰਿਫਿਊਜ਼ਲ ਵੀ ਹੋ ਗਈ ਹੈ ਪਰ ਫਿਰ ਵੀ ਵੀਜ਼ਾ ਆ ਸਕਦਾ ਹੈ, ਪਰ ਸ਼ਰਤ ਇਹ ਹੈ ਕਿ ਤੁਸੀਂ ਅੰਬੈਸੀ ਦੀਆਂ ਸ਼ਰਤਾਂ ਨੂੰ ਸਮਝੋ ਤੇ ਪੂਰਾ ਕਰੋ। ਕੁਝ ਅਜਿਹਾ ਹੀ ਹੋਇਆ ਇਸ ਭੈਣ ਭਰਾ ਦੀ ਚੋਰੀ ਦੇ ਨਾਲ। ਪਹਿਲਾਂ ਭੈਣ ਦਾ ਵੀਜ਼ਾ ਰਿਫਿਊਜ਼ ਹੋਇਆ, ਫਿਰ ਭਰਾ ਦਾ ਵੀਜ਼ਾ 2 ਵਾਰ ਰਿਫਿਊਜ਼ ਹੋਇਆ। ਇੰਨੀਆਂ ਰਿਫਿਊਜ਼ਲਾਂ ਤੋਂ ਬਾਅਦ ਜ਼ਿੰਦਗੀ ਰੁਕੀ ਨਜ਼ਰ ਆ ਰਹੀ ਸੀ, ਪਰ ਫਿਰ ਵੀ ਥੋੜੀ ਜੀ ਸਮਝ ਦੇ ਨਾਲ ਕੰਮ ਲਿੱਤਾ। ਇੱਕ ਸਲਾਹਕਾਰ ਦੀ ਸਹੀ ਸਲਾਹ ਲਈ ਤੇ ਦੋਵਾਂ ਦਾ ਵੀਜ਼ਾ ਮਨਜ਼ੂਰ ਹੋ ਗਿਆ। ਭੈਣ ਪਹੁੰਚ ਚੁੱਕੀ ਹੈ ਕੈਨੇਡਾ ਤੇ ਭਰਾ ਦੀ ਵੀ ਤਿਆਰੀ ਹੈ। ਤੁਸੀਂ ਵੀ ਦੇਖੋ ਇਹ ਕਾਮਯਾਬੀ ਦੀ ਕਹਾਣੀ ਤੇ ਜਾਣੋ ਕਿ ਸਲਾਹਕਾਰ ਦੀ ਸਲਾਹ ਨੇ ਦੋਵਾਂ ਭੈਣ ਭਰਾਵਾਂ ਦੀ ਜ਼ਿੰਦਗੀ ਬਦਲ ਦਿੱਤੀ। ਜੇਕਰ ਤੁਹਾਡਾ ਵੀਜ਼ਾ ਵੀ ਰਿਫਿਊਜ਼ ਹੈ, ਤੁਸੀਂ ਵੀ ਆਪਣੀ ਜ਼ਿੰਦਗੀ ਬਦਲਣਾ ਚਾਹੁੰਦੇ ਹੋ ਤੇ ਇਸ ਵੀਡੀਓ ਨੂੰ ਪੂਰੀ ਵੇਖਣਾ ਤੇ ਇਸ ਵੀਡੀਓ ਨੂੰ ਵੀ ਦੱਬ ਕੇ ਸ਼ੇਅਰ ਕਰ ਦੇਣਾ, ਕਿਉਂਕਿ ਸਾਡਾ ਮਕਸਦ ਨਿਰਾਸ਼ ਹੋਏ ਲੋਕਾਂ 'ਚ ਉਮੀਦ ਦੀ ਕਿਰਨ ਪੈਦਾ ਕਰਨਾ ਹੈ। ਵੀਜ਼ਾ ਚਾਹੇ ਜਿੱਥੋਂ ਮਰਜ਼ੀ ਲੱਗੇ, ਪਰ ਇੱਕ ਗੱਲ ਜ਼ਰੂਰੀ ਹੈ ਕਿ ਤੁਸੀਂ ਥੋੜੀ ਜੀ ਸਮਝਦਾਰੀ ਵਰਤੋ। ਥੋੜਾ ਜਿਹਾ ਸਲਾਹਕਾਰ ਵਧੀਆ ਹੋਣਾ ਚਾਹੀਦਾ ਹੈ ਤੇ ਸੁਪਨੇ ਸਾਕਾਰ ਹੋ ਜਾਂਦੇ ਨੇ। ਪੂਰੀ ਦੇਖੋ ਵੀਡੀਓ ਤੇ ਦੱਬ ਕੇ ਕਰੋ ਸ਼ੇਅਰ। ਆਮ ਤੌਰ ਦੇ ਉੱਤੇ ਕਹਿੰਦੇ ਨਾ, दूध का जला छाछ भी फूक फूक के पीता है, कि पहले ਤੁਸੀਂ ਕਿਸੇ ਜਗ੍ਹਾ ਦੇ ਉੱਤੇ ਵੀਜ਼ਾ ਅਪਲਾਈ ਕੀਤਾ, ਵੀਜ਼ਾ ਰਿਫਿਊਜ਼ ਹੋ ਗਿਆ, ਉਸ ਤੋਂ ਬਾਅਦ ਕਿੱਦਾਂ ਹਿੰਮਤ ਪਈ ਤੇ ਅਸੀਂ ਪਹਿਲੇ ਇਹਨਾਂ ਦੇ ਸਿਸਟਰ ਸੀਗੇ, ਉਹਨਾਂ ਦਾ ਵੀ ਵੀਜ਼ਾ ਰਿਫਿਊਜ਼ ਸੀਗਾ ਕੈਨੇਡਾ ਤੋਂ, ਤੇ ਦੁਬਾਰਾ ਫਾਈਲ ਪ੍ਰੋਸੈਸ ਹੋਈ, ਨਵੀਆਂ ਗਾਈਡਲਾਈਨ ਦਿੱਤੀਆਂ ਗਈਆਂ, ਇਸ ਤਰੀਕੇ ਨਾਲ ਤਿਆਰੀ ਕਰਾਈ ਗਈ। ਉਸ ਪ੍ਰੈਪਰੇਸ਼ਨ ਦੀ ਬਦੌਲਤ ਇਹਨਾਂ ਦੀ ਸਿਸਟਰ ਦਾ ਵੀਜ਼ਾ ਲੱਗਿਆ ਤੇ ਅੱਜ ਉਹ ਕੈਨੇਡਾ ਪਹੁੰਚ ਚੁੱਕੇ ਨੇ। ਉਸ ਤੋਂ ਬਾਅਦ ਹਿੰਮਤ ਇਹਨਾਂ ਦੀ ਪਈ ਕਿ ਤੀਸਰੀ ਵਾਰ, ਤੁਸੀਂ ਦੇਖੋ ਬੜਾ ਔਖਾ ਹੁੰਦਾ 2 ਵਾਰ ਜਦੋਂ ਰਿਫਿਊਜ਼ਲ ਇੱਕ ਸ਼ਬਦ ਇਹੋ ਜਿਹਾ ਨਾ, ਵੈਸੇ ਤਾਂ ਮੈਨੂੰ ਇਹੋ ਜਿਹੀ ਗੱਲ ਨਹੀਂ ਕਹਿਣੀ ਚਾਹੀਦੀ ਕਿ ਇਦਾਂ ਲੱਗਦਾ ਵਾ ਕਿ ਜਿਵੇਂ ਕੋਈ ਮੌਤ ਹੀ ਹੋ ਗਈ ਆ। ਵੀਜ਼ਾ ਹਰ ਕੋਈ ਲਵਾ ਰਿਹਾ। ਅੱਜ ਵੀਜ਼ੇ ਲੱਗੇ ਬੱਚੇ ਕੈਨੇਡਾ ਦੇ ਵਿੱਚ ਧੱਕੇ ਖਾਣ ਦੇ ਮਿਲਣੀ। ਇੱਕ ਮਿੰਟ ਇੱਥੇ ਟੋਕਣਾ ਚਾਹਾਂਗਾ ਜੀ, ਇਹ ਗੱਲ ਇੰਨੀ ਹਲਕੀ ਨਹੀਂ ਹੈਗੀ, ਬਹੁਤ ਵਜ਼ਨਦਾਰ ਗੱਲ ਹੈ ਕਿ ਇੱਕ ਸਟੇਟ ਤੋਂ ਜਦੋਂ ਤੁਹਾਨੂੰ ਦੂਸਰੀ ਜਗ੍ਹਾ ਮੂਵ ਕਰਨਾ ਪੈਂਦਾ ਨਾ, ਤੁਹਾਡੀ ਪ੍ਰੋਸੈਸਿੰਗ ਸਮਝ ਲਓ ਫਿਰ ਨਵੇਂ ਸਿਰੇ ਤੋਂ ਸ਼ੁਰੂ ਹੁੰਦੀ ਹੈ। ਜੇਕਰ ਕੈਨੇਡਾ 2 ਸਾਲ ਦੇ ਵਿੱਚ ਤੁਹਾਨੂੰ PR ਦੇਣ ਦਾ ਪ੍ਰਾਵਧਾਨ ਹੈਗਾ, ਜੇਕਰ ਤੁਸੀਂ ਐਲੀਜੀਬਿਲਟੀ ਕ੍ਰਾਈਟੇਰੀਆ ਪੂਰਾ ਕਰ ਲੈਂਦੇ ਹੋ, 2 ਸਾਲ ਤੋਂ ਬਾਅਦ ਤੁਸੀਂ PR ਵਾਲੇ ਪ੍ਰੋਸੈਸ ਵਿੱਚ ਆ ਜਾਂਦੇ ਹੋ। ਪਰ ਜੇਕਰ ਤੁਹਾਨੂੰ ਆਪਣੀ ਸਟੇਟ ਚੇਂਜ ਕਰਨੀ ਪੈ ਗਈ ਤੇ ਇਹ ਸਾਰਾ ਪ੍ਰੋਸੈਸ ਨਵੇਂ ਸਿਰੇ ਤੋਂ ਹੁੰਦਾ, ਯਾਨੀ ਕਿ ਤੁਹਾਡੀ ਜ਼ਿੰਦਗੀ ਜਿਹੜੀ ਹੈ ਉਹ ਪਹਿਲੇ ਸਟੈਪ ਤੋਂ ਦੁਬਾਰਾ ਸ਼ੁਰੂ ਹੁੰਦੀ ਹੈ ਤੇ ਉਨਾ ਹੀ ਖਰਚਾ। ਤੁਸੀਂ ਦੇਖੋ ਉੱਥੇ ਡਾਲਰ ਲੱਗਦੇ ਨੇ, ਜੇ ਡਾਲਰ ਕਮਾਏ ਜਾਂਦੇ ਨੇ ਤੇ ਖਰਚਾ ਵੀ ਡਾਲਰਾਂ 'ਚ ਹੁੰਦਾ ਹੈ। मैं निखिल शर्मा दैनिक में पंजाबी टीवी के वीज़ा की प्रोग्राम के तुहाडा स्वागत करता। आम तौर के उत्ते असीं गल करते हाँ सक्सैस की, कि सक्सैस की गल करते, पर अज आपां गल करांगे थोड़ी हट के रिफ्यूज़ल की। जेकर रिफ्यूज़ल हो जाती है तो मतलब यह नहीं हैगा कि तुहाडी जिहड़ी है तुहाडा मुकाम जिहड़ा तुसीं हासिल नहीं कर सकते, तुसीं घर जाके सो जाओ। जिहड़े बंदे घर जाके सो जाते हैं रिफ्यूज़ल लवा के, यह जानकारी उन्हां वास्ते है कि जेकर रिफ्यूज़ल भी लगी होवे तो कोई एड्डी वड्डी गल नहीं होंदी। तुसीं सही कोर्स का चुनाव करके सही तरीके दे नाल अपनी फाइल की जे प्रैपरेशन कराओ तो किसी भी गल की जिहड़ी है ना अंबैसी नहीं करती। बेशक तुहाडी जिहड़ी है तुहाडे वल्लों दित्ती गई जानकारी सही होनी चाहिए है। सो अज आपां एक बार फिर पहुंचे हैं कैम्ब्रिज इंटरनेशनल अकैडमी, तो अज इत्थे एक अजिहे बच्चे दे नाल तुहानूं मिलावांगे जिसकी 2 वार रिफ्यूज़ल सी ਤੇ उस रिफ्यूज़ल ਨੂੰ कवर करके उसने वीज़ा लवाया। यही नहीं, उसकी सिस्टर ਦੀ भी रिफ्यूज़ल सी, ਉਹਨਾਂ ਦਾ भी वीज़ा लगा। सो एक एग्जाम्पल के रूप ਦੇ ਵਿੱਚ ਤੁਹਾਨੂੰ ਅੱਜ ਜਾਣਕਾਰੀ ਦੇਵਾਂਗੇ कि रिफ्यूज़ल तो बाद सक्सैस की पॉसिबिलिटी कितनी क रह जाती है, कि रिफ्यूज़ल का मतलब एंड है, रिफ्यूज़ल का मतलब कतई एंड नहीं हैगा। जे यही गल
ਦੱਸਣ ਵਾਸਤੇ ਆਪਾਂ ਇੱਥੇ ਪਹੁੰਚੇ ਜੀ। ਜੇਪੀ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਨਿਖਿਲ ਜੀ, ਬਹੁਤ ਬਹੁਤ ਧੰਨਵਾਦ। ਆਪਾਂ ਆਮ ਤੌਰ ਤੇ ਗੱਲਾਂ ਕਰਦੇ ਹਾਂ ਜੀ ਵੀਜ਼ੇ ਦੀ ਸਕਸੈਸ ਰੇਟ ਦੀਆਂ ਗੱਲਾਂ ਕਰਦੇ ਜੀ, ਵੀਜ਼ਾ ਸਕਸੈਸ ਹੈ ਜੀ। ਪਹਿਲੇ ਤਾਂ ਇਹ ਜਾਣਕਾਰੀ ਦਿਓ ਕਿ ਵੀਜ਼ਾ ਲਵਾਉਣ ਦੇ ਵਿੱਚ ਜਿਹੜੇ ਐਕਸਪਰਟ ਹੈਗੇ ਨੇ ਜਿਹੜੇ ਉਹਨਾਂ ਦਾ ਕਿੰਨਾ ਕੁ ਵੱਡਾ ਰੋਲ ਹੁੰਦਾ ਹੈ? ਦੇਖੋ, ਵੀਜ਼ਾ ਲਵਾਉਣ ਦੇ ਵਿੱਚ ਇੱਕ ਐਜੂਕੇਸ਼ਨ ਕੰਸਲਟੈਂਟ ਦਾ ਰੋਲ ਜਿਹੜਾ ਜੋ ਅੰਬੈਸੀ ਦੀਆਂ ਰਿਕੁਆਇਰਮੈਂਟ ਹੁੰਦੀਆਂ ਨੇ ਉਹਨੂੰ ਪੂਰਾ ਕਰਨਾ ਹੁੰਦਾ ਕਿ ਸਹੀ ਤਰੀਕੇ ਨਾਲ। ਬਾਕੀ ਜੇ ਬੱਚੇ ਦੇ ਵਿੱਚ ਕਾਬਲੀਅਤ ਹੈ ਨਾ ਤੇ ਤਾਂ ਹੀ ਵੀਜ਼ਾ ਲੱਗਦਾ। ਵੀਜ਼ਾ ਏਜੰਟ ਦੇ ਕੋਲ ਕੋਈ ਜਾਦੂ ਦੀ ਛੜੀ ਨਹੀਂ ਕਿ ਉਹ ਲਵਾ ਦੂਗਾ। ਬਿਲਕੁਲ ਜੀ, ਸਭ ਤੋਂ ਪਹਿਲਾਂ ਇਹੀ ਪੁਆਇੰਟ ਮੈਂ ਨੋਟ ਕਰਾਉਣਾ ਚਾਹੁੰਦਾ ਕਿ ਕਿਸੇ ਵੀ ਏਜੰਟ ਕੋਲ ਜਾਦੂ ਦੀ ਛੜੀ ਨਹੀਂ ਹੈਗੀ। ਵੀਜ਼ਾ ਲੱਗਣਾ ਤੁਹਾਡੀ ਆਪਣੀ ਕਾਬਲੀਅਤ ਦੇ ਉੱਤੇ। ਤੇ ਜੇਕਰ ਤੁਸੀਂ ਇਹ ਸੋਚਦੇ ਹੋ ਕਿ ਆਪਾਂ ਕਿਸੇ ਵੀ ਬੰਦੇ ਕੋਲ ਚੱਲ ਜਿਓ ਸਾਡਾ ਵੀਜ਼ਾ ਲਵਾ ਦੇਗਾ, ਉਹ ਸਿਰਫ ਤੁਹਾਡੀ ਫਾਈਲ ਪ੍ਰੋਸੈਸ ਕਰੇਗਾ। ਵੀਜ਼ਾ ਲੱਗਣਾ ਤੁਹਾਡੀ ਆਪਣੀ ਕੈਪੇਬਿਲਿਟੀ ਤੇ। ਜੇਕਰ ਤੁਸੀਂ ਡਿਜ਼ਰਵ ਕਰਦੇ ਹੋ ਤੇ ਅੰਬੈਸੀ ਵੀ ਤੁਹਾਡਾ ਵੀਜ਼ਾ ਨਹੀਂ ਰੋਕਦੀ। ਇਸ ਬਾਰੇ ਦੱਸੋ ਕਿ ਆਮ ਤੌਰ ਦੇ ਉੱਤੇ ਬੜਾ ਪ੍ਰਚਾਰ ਹੁੰਦਾ ਆਪਾਂ ਇੰਨੇ ਵੀਜ਼ੇ ਲਵਾਤੇ, ਉਹ ਲਵਾਤੇ, ਇਹ ਲਵਾਤੇ। ਇਹ ਦੱਸੋ ਕਿ ਕੰਸਲਟੈਂਟ ਦਾ ਕੰਮ ਕੀ ਹੁੰਦਾ? ਦੇਖੋ, ਵੀਜ਼ਾ ਮੈਂ ਪਹਿਲਾਂ ਵੀ ਦੱਸ ਚੁੱਕਾ, ਵੀਜ਼ਾ ਬੱਚੇ ਦੀ ਕਾਬਲੀਅਤ ਤੇ ਲੱਗਦਾ ਜੀ। ਐਜ਼ ਏ ਐਜੂਕੇਸ਼ਨ ਕੰਸਲਟੈਂਟ ਸਾਡੀ ਰਿਸਪੌਂਸਿਬਿਲਿਟੀ ਹੁੰਦੀ ਬੱਚੇ ਨੂੰ ਕੋਰਸ ਬਾਰੇ ਗਾਈਡ ਕਰਨਾ। ਉਹ ਕਿੱਦਾਂ ਉੱਥੇ ਜਾ ਕੇ PR ਲੈ ਸਕਦਾ, ਕਿੱਦਾਂ ਜੌਬ ਲੈ ਸਕਦਾ। ਵੀਜ਼ਾ ਅਪਲਾਈ ਕਰਨਾ ਸਾਡੀ ਜ਼ਿੰਮੇਵਾਰੀ ਹੈ। ਵੀਜ਼ਾ ਮਿਲਦਾ ਬੱਚੇ ਦੀ ਪ੍ਰੋਫਾਈਲ ਤੇ। ਜੇ ਬੱਚੇ ਦੀ ਪ੍ਰੋਫਾਈਲ ਵਧੀਆ ਹੈ, ਡਾਕੂਮੈਂਟ ਸਾਰੇ ਸਹੀ ਨੇ ਤੇ ਦੁਨੀਆ ਦੀ ਕੋਈ ਤਾਕਤ ਵੀਜ਼ਾ ਦੇਣ 'ਚ ਰੋਕ ਨਹੀਂ ਸਕਦੀ। ਤੇ ਜੇ ਬੱਚੇ ਦੇ ਕੇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆ ਕੋਈ, ਤੇ ਫਿਰ ਉਹਦਾ ਵੀਜ਼ਾ ਜਿਹੜਾ ਰਿਫਿਊਜ਼ ਵੀ ਕਿਸੇ ਵੇਲੇ ਹੋ ਜਾਂਦਾ। ਇੱਕ ਅਹਿਮ ਸਵਾਲ, ਰਿਫਿਊਜ਼ਲ ਦੀ ਗੱਲ ਸ਼ੁਰੂ ਹੋਈ ਹੈ। ਰਿਫਿਊਜ਼ਲ ਤੇ ਸਵਾਲ ਪੁੱਛਾਂਗਾ ਕਿ ਜਦੋਂ ਵੀਜ਼ਾ ਰਿਫਿਊਜ਼ ਹੁੰਦਾ ਹੈ ਉਸ ਦੇ ਵਿੱਚ ਏਜੰਟ ਦੀ ਕੀ ਭੂਮਿਕਾ ਹੁੰਦੀ ਹੈ? ਦੇਖੋ, ਫਿਰ ਉਹੀ ਚੀਜ਼ ਆ ਜਾਂਦੀ ਕਿ ਰਿਫਿਊਜ਼ਲ ਤੇ ਅਪਰੂਵਲ 'ਚ ਏਜੰਟ ਦੀ ਭੂਮਿਕਾ ਨਹੀਂ। ਅੱਜ ਕੋਈ ਵੀ ਏਜੰਟ ਨਹੀਂ ਚਾਹੁੰਦਾ ਕਿ ਉਹਦਾ ਕੇਸ ਰਿਫਿਊਜ਼ ਹੋਵੇ। ਬਟ ਰੀਜ਼ਨ ਕੀ ਹੁੰਦਾ ਕਿ ਥੋੜ੍ਹੀਆਂ ਜਿਹੀਆਂ ਗਲਤੀਆਂ ਹੁੰਦੀਆਂ ਨੇ, ਅਣਗਹਿਲੀ ਕਹਿ ਸਕਦੇ ਹਾਂ ਆਪਾਂ ਐਜ਼ ਏ ਐਜੂਕੇਸ਼ਨ ਕੰਸਲਟੈਂਟ ਦੀ। ਸੋ ਸਾਡੇ ਕੋਲ ਅੱਜ ਇੱਕ ਜਿਹੜਾ ਵੀਜ਼ਾ ਦਾ ਪੈਕਟ ਆਇਆ ਹੈਗਾ, ਇਹ ਬੱਚੇ ਦਾ ਨਾਮ ਹੈਗਾ ਗੁਰਪ੍ਰੀਤ ਜੀ। ਗੁਰਪ੍ਰੀਤ ਦੀ ਸਿਸਟਰ ਨੇ ਵੀ ਸਾਡੇ ਤੋਂ ਫਾਈਲ ਲਗਾਈ ਸੀ। ਉਹਦਾ ਇੱਕ ਵਾਰੀ ਵੀਜ਼ਾ ਰਿਫਿਊਜ਼ ਸੀ ਤੇ ਰਿਫਿਊਜ਼ਲ ਤੋਂ ਬਾਅਦ ਬੱਚੇ ਦਾ ਵੀਜ਼ਾ ਆ ਗਿਆ। ਹੁਣ ਅੱਜ ਇਹ ਗੁਰਪ੍ਰੀਤ ਦੀ ਕੇਸ ਹੈਗਾ, ਇਹਦਾ ਪਾਸਪੋਰਟ ਅੱਜ ਆਇਆ। ਸੋ ਲੋਕਡਾਊਨ ਤੋਂ ਬਾਅਦ ਜਿਹੜੇ ਆ ਜਦੋਂ VFS ਸੈਂਟਰ ਖੁੱਲ੍ਹੇ ਤੇ ਵੀਜ਼ੇ ਆਉਣੇ ਜਿਹੜੇ ਆ ਉਹ ਸਟਾਰਟ ਹੋ ਗਏ ਨੇ। ਸੋ ਹਰ ਰੋਜ਼ ਕੈਨੇਡਾ ਦੇ ਵੀਜ਼ੇ ਜਿਹੜੇ ਅਪਰੂਵ ਹੋ ਰਹੇ ਨੇ। ਗੁਰਪ੍ਰੀਤ ਦੀ ਗੱਲ ਕਰਾਂ ਤੇ ਗੁਰਪ੍ਰੀਤ ਨੇ ਜਿਹੜਾ ਹਿੰਮਤ ਨਹੀਂ ਹਾਰੀ, ਪਹਿਲਾ ਵੀਜ਼ਾ ਅਪਲਾਈ ਕੀਤਾ, ਰਿਫਿਊਜ਼ ਹੋ ਗਿਆ। ਦੂਜੀ ਵਾਰ ਫਿਰ ਅਪਲਾਈ ਕੀਤਾ, ਰਿਫਿਊਜ਼ ਹੋ ਗਿਆ। ਸਾਡਾ ਵੀ ਇਹੀ ਵਿਸ਼ਵਾਸ ਸੀ ਕਿ ਆਪਾਂ ਮਿਹਨਤ ਕੰਟੀਨਿਊ ਕਰੀਏ, ਵੀਜ਼ਾ ਜ਼ਰੂਰ ਆਏਗਾ ਕਿਉਂਕਿ ਪ੍ਰੋਫਾਈਲ ਵਧੀਆ ਸੀ। ਸੋ ਕਿਤੇ ਨਾ ਕਿਤੇ ਥੋੜ੍ਹੀ ਜਿਹੀ ਕਿਸਮਤ ਵੀ ਬੰਦੇ ਦੀ ਮੈਟਰ ਕਰਦੀ ਹੈ ਕਿ ਜਿੰਨਾ ਦੇਰ ਦਾਣਾ ਪਾਣੀ ਇੱਥੇ ਲਿਖਿਆ ਨਾ ਉਹ ਇਹਨੂੰ ਕੰਪਲੀਟ ਕਰਨਾ ਹੀ ਪੈਣਾ ਸੀ। ਸੋ ਥੋੜ੍ਹੀਆਂ ਜਿਹੀਆਂ ਫਾਈਲ ਦੇ ਵਿੱਚ ਕਮੀਆਂ ਸੀ ਜਿਹੜੇ ਬੱਚੇ ਦੇ ਐਂਡ ਤੋਂ ਸੀ, ਸਾਨੂੰ ਨਜ਼ਰ ਆਉਂਦਾ ਸੀ ਕਿ ਇਹਦੀ ਵਜ੍ਹਾ ਨਾਲ ਦਿੱਕਤ ਹੋ ਸਕਦੀ। ਇਹੀ ਮੇਰਾ ਸਵਾਲ, ਕਿਉਂਕਿ ਗੱਲ ਦੀ ਗਹਿਰਾਈ ਤੱਕ ਜਾਣਾ ਚਾਹੀਦਾ ਸਾਨੂੰ। ਮੈਨੂੰ ਆਹ ਦੱਸੋ, ਜਦੋਂ ਵੀਜ਼ਾ ਰਿਫਿਊਜ਼ ਹੁੰਦਾ ਹੈ, ਕਿਸੇ ਦਾ ਵੀਜ਼ਾ ਰਿਫਿਊਜ਼ ਹੋ ਗਿਆ, ਕਿਉਂਕਿ ਇਹ ਐਮਬੈਸੀ ਦਾ ਜੀ ਅਧਿਕਾਰ ਹੈ। ਕਿਸੇ ਵੀ ਏਜੰਟ ਦੇ ਵਿੱਚ ਇੰਨੀ ਪਾਵਰ ਨਹੀਂ ਹੈਗੀ ਪੂਰੇ ਇੰਡੀਆ ਕੀ ਪੂਰੇ ਵਰਲਡ ਦੇ ਵਿੱਚ ਕਿ ਕੋਈ ਆਪਣੀ ਮਰਜ਼ੀ ਨਾਲ ਤੁਹਾਨੂੰ ਕਮਿਟਮੈਂਟ ਕਰ ਦੇ ਕਿ ਵੀਜ਼ਾ ਲੱਗੇਗਾ। ਵੀਜ਼ਾ ਦੇਣਾ ਐਮਬੈਸੀ ਦਾ ਅਧਿਕਾਰ ਹੈ। ਪਰ ਜਦੋਂ ਆਪਾਂ ਪ੍ਰਮੋਸ਼ਨ ਕਰਦੇ ਆ, ਜਿੰਨੇ ਵੀ ਜਿਹੜੇ ਸਾਡੇ ਸਟੱਡੀ ਵੀਜ਼ਾ ਐਕਸਪਰਟ ਨੇ ਉਹ ਦਿਖਾਉਂਦੇ ਨੇ ਲੈ ਜੀ ਵੀਜ਼ਾ ਲੱਗ ਗਿਆ ਜੀ, ਇਹ ਲੱਗ ਗਿਆ ਜੀ, ਉਹ ਲੱਗ ਗਿਆ। ਪਰ ਜਦੋਂ ਗੱਲ ਆਉਂਦੀ ਰਿਫਿਊਜ਼ਲ ਦੇ ਵਿੱਚ ਕਿਤੇ ਨਾ ਕਿਤੇ ਤਾਂ ਜ਼ਿੰਮੇਵਾਰੀ ਬਣਦੀ ਹੈ ਨਾ ਜੀ ਏਜੰਟ ਦੀ। ਆਪਾਂ ਜ਼ਿੰਮੇਵਾਰੀ ਤੋਂ ਵੀ ਨਹੀਂ ਭੱਜ ਸਕਦੇ। ਮੈਂ ਉਹੀ ਚੀਜ਼ ਕਰ ਰਿਹਾ ਨਾ। ਹੁਣ ਆਪਾਂ ਇਹ ਕੇਸ ਦੀ ਗੱਲ ਕਰੀਏ, ਮੈਂ ਚਾਹੂੰਗਾ ਗੁਰਪ੍ਰੀਤ ਨੂੰ ਵੀ ਨਾਲ ਹੀ ਬੁਲਾ ਲਈਏ। ਸੋ ਗੁਰਪ੍ਰੀਤ ਇਹ ਸਟੂਡੈਂਟ ਆ। ਸੋ ਇਹ ਨਕੋਦਰ ਦੇ ਰਹਿਣ ਵਾਲੇ ਨੇ। ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਜੀ ਇਸ ਬੱਚੇ ਨੂੰ ਕਿ ਜਿਹੜਾ ਹੁਣ ਜਾ ਰਿਹਾ ਕੈਨੇਡਾ ਰਿਫਿਊਜ਼ਲ ਤੋਂ ਬਾਅਦ। ਜੀ ਗੁਰਪ੍ਰੀਤ ਜੀ, ਇਸ ਗੱਲ ਦੀ ਜਾਣਕਾਰੀ ਦਿਓ ਕਿ ਜਦੋਂ ਕਹਿੰਦੇ ਨਾ ਕਿ दूध का जला छाछ भी फूक ਕੇ ਪੀਤਾ ਹੈ, ਤੇ ਜਦੋਂ ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ ਉਸ ਤੋਂ ਬਾਅਦ ਚੋਂ ਕਿੱਦਾਂ ਹਿੰਮਤ ਪਈ? ਕਿਉਂਕਿ ਪਹਿਲੀਆਂ ਗਲਤੀਆਂ ਤੋਂ ਸਿੱਖ ਵੀ ਲਈ ਹੋਏਗੀ, ਕਿਉਂਕਿ ਆਮ ਤੌਰ ਦੇ ਉੱਤੇ ਆਪਣਾ ਜਿਹੜਾ ਮੇਨ ਮੋਟਿਵ ਹੈ ਜੀ ਇਹ ਸ਼ੋਅ ਦਿਖਾਉਣ ਦਾ, ਉਹ ਇਹੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਸਟੂਡੈਂਟ ਜਿਹੜੇ ਆ ਜਾਗਰੂਕ ਹੋਣ। ਕਿਉਂਕਿ ਏਜੰਟ ਕਈ ਵਾਰੀ ਜਿਹੜਾ ਵਾ ਤੁਹਾਨੂੰ ਸਹੀ ਗਾਈਡ ਨਹੀਂ ਕਰਦੇ ਕਿ ਤੁਸੀਂ ਕਿਹੜਾ ਕੋਰਸ ਲਓ। ਕੋਰਸ ਦੀ ਭੂਮਿਕਾ ਕਿੰਨੀ ਕੁ ਹੈ ਤੇ ਰਿਫਿਊਜ਼ਲ ਤੋਂ ਬਾਅਦ ਤੁਹਾਡੇ 'ਚ ਹੌਸਲਾ ਕਿੱਦਾਂ ਆਇਆ ਉਹਦੇ ਬਾਰੇ? ਭਾਜੀ ਪਹਿਲਾਂ ਤਾਂ ਮੈਂ ਜੀ ਸਿਸਟਰ ਦਾ ਇੱਥੋਂ ਅਪਲਾਈ ਕੀਤਾ ਸੀਗਾ। ਉਹਨਾਂ ਦੀ ਇੱਕ ਰਿਫਿਊਜ਼ਲ ਤੋਂ ਬਾਅਦ ਵੀ ਭਾਜੀ ਹੁਣਾਂ ਨੇ ਬਹੁਤ ਜ਼ਿਆਦਾ ਵਧੀਆ ਗਾਈਡ ਕੀਤਾ। ਜਿਹੜੀਆਂ ਵੀ ਕਮੀਆਂ ਹੈਗੀਆਂ, ਪੇਸ਼ੀਆਂ ਹੈਗੀਆਂ ਆ, ਉਹ ਕੰਪਲੀਟ ਕੀਤੀਆਂ ਤੇ ਵੀਜ਼ਾ ਆ। ਉਸ ਤੋਂ ਬਾਅਦ ਮੈਂ ਫਿਰ ਆਪਣੀ ਫਾਈਲ ਦਵਾਈ ਨੇ। ਉਹਦੇ ਵਿੱਚ ਵੀ ਮੇਰੀ ਪਹਿਲਾਂ ਰਿਫਿਊਜ਼ਲ ਆਈ ਸੀ ਕਿਉਂਕਿ ਮੇਰੇ ਇੱਕ ਦੇ ਵਿੱਚੋਂ 5 ਬੈਂਡ ਸੀਗੇ ਇੱਕ ਮੋਡਿਊਲ ਦੇ ਵਿੱਚੋਂ, ਤੇ ਉਹਦੇ ਕਰਕੇ ਫਿਰ ਮੈਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪਿਆ, ਉਹ ਵੀ 2 ਵਾਰ। ਤੇ ਉਸ ਤੋਂ ਬਾਅਦ ਫਿਰ ਭਾਜੀ ਹੁਣਾਂ ਨੇ ਦੱਸਿਆ, ਪੂਰੀ ਇੰਟਾਇਰ ਟੀਮ ਨੇ ਵੀ ਆਇਲਸ ਜੇ ਆਪਾਂ ਪ੍ਰੈਪਰੇਸ਼ਨ ਕਰ ਲਈਏ ਤੇ ਉਸ ਬੇਸ ਤੇ ਜੇ ਵਧੀਆ ਬੈਂਡ ਸਕੋਰ ਆ ਗਿਆ ਫਿਰ ਇੰਪਰੂਵ ਮਤਲਬ ਵੀਜ਼ਾ ਆ ਸਕਦਾ। ਫਿਰ ਮੈਂ ਆਇਲਸ ਦੀ ਪ੍ਰੈਪਰੇਸ਼ਨ ਕੀਤੀ।
ਸੋ ਇੱਕ ਮਿੰਟ ਇੱਥੇ ਟੋਕਣਾ ਚਾਹਾਂਗਾ ਜੀ, ਇੱਕ ਗੱਲ ਨੋਟ ਕਰਿਓ, ਇਸ ਬੱਚੇ ਦਾ 2 ਵਾਰ ਵੀਜ਼ਾ ਰਿਫਿਊਜ਼ ਹੋਇਆ, ਦੋਨੋਂ ਵਾਰੀ ਉਹਦੇ 5 ਬੈਂਡ ਉਹਦੀ ਵਜ੍ਹਾ ਸੀ। ਹੁਣ ਇੱਥੇ ਹੀ ਸਵਾਲ ਆਉਂਦਾ, ਤੁਸੀਂ ਕਿਸੇ ਏਜੰਟ ਕੋ ਚਲ ਗਏ ਹੋ, ਕਹਿੰਦੇ ਨਾ ਜ਼ਿੰਦਗੀ ਦੇ ਵਿੱਚ ਹਰ ਗੱਲ ਦੀ ਨਾ ਜਾਂ ਹਾਂ ਦਾ ਬੜਾ ਮਹੱਤਵ ਹੁੰਦਾ। ਐ ਨਹੀਂ ਹੈਗਾ ਕਿ ਕੋਈ ਵੀ ਗਾਹਕ ਤੁਰਿਆ ਆਇਆ ਤੁਸੀਂ ਕਹੋ ਹਾਂਜੀ ਜੀ ਵੀਜ਼ਾ ਫਾਈਲ ਲੱਗ ਜਾਏਗੀ, ਉਹਦੇ ਪਿੱਛੇ ਸਾਰਾ ਪ੍ਰੋਸੈਸਿੰਗ ਫੀਸ ਦੀ ਗੇਮ ਹੁੰਦੀ ਹੈ। ਬੰਦਾ ਕਹਿੰਦਾ ਠੀਕ ਹੈ ਜੀ ਮੇਰੇ ਕੋ ਆ ਗਿਆ ਐਕਸੈਪਟਡ, ਪਰ ਬੇਸਿਕਲੀ ਇਹਦਾ ਵੀਜ਼ਾ ਜਿਹੜਾ ਵਾ ਇਸ ਬੱਚੇ ਦਾ ਵੀਜ਼ਾ 5 ਬੈਂਡ ਦੇ ਉੱਤੇ ਨਹੀਂ ਸੀ ਲੱਗਣਾ, ਘੱਟੋ ਘੱਟ ਵੀ ਇੱਕ ਮੋਡਿਊਲ ਦੇ ਵਿੱਚੋਂ 5.5 ਬੈਂਡ ਚਾਹੀਦੇ ਸੀ। ਸੋ ਇਸ ਨੂੰ ਇਹ ਗਾਈਡੈਂਸ ਦਿੱਤੀ ਗਈ ਕਿ 5.5 ਬੈਂਡ ਤੋਂ ਬਿਨਾ ਤੇਰਾ ਵੀਜ਼ਾ ਨਹੀਂ ਲੱਗਣਾ। ਇਸ ਕਰਕੇ ਉਹਨੂੰ ਟਰਾਈ ਵੀ ਨਹੀਂ ਇਹਨਾਂ ਨੇ ਕਰਵਾਇਆ, ਟਰਾਈ ਉਦੋਂ ਕਰਵਾਇਆ ਜਦੋਂ 5.5 ਬੈਂਡ ਆਏ। ਕਿੰਨੀ ਕੁ ਸੱਚਾਈ ਹੈ ਜੀ ਇਸ ਗੱਲ? ਬਿਲਕੁਲ ਜੀ, ਇਹਦੇ ਵਿੱਚ ਭਾਜੀ ਬਹੁਤ ਆਪਾਂ ਕਹੀਏ ਤਕਰੀਬਨ ਸੱਚਾਈ ਆ, ਕਿਉਂਕਿ ਉਹ ਤਾਂ ਪਤਾ ਹੀ ਆਪਾਂ ਨੂੰ ਜੇ ਆਪਣੀ ਫਾਈਲ ਦੇ ਵਿੱਚ ਕੋਈ ਕਮੀ ਆ ਤਾਂ ਐਮਬੈਸੀ ਨੇ ਐਕਸੈਪਟ ਨਹੀਂ ਕਰਨੀ ਫਾਈਲ। ਜੇ ਆਪਣੀ ਫਾਈਲ ਹੀ ਵਧੀਆ ਆ ਤੇ ਉਹ ਓਬਵੀਅਸਲੀ ਜੀ ਗੱਲ ਆ ਕਿ ਐਮਬੈਸੀ ਆਲਵੇਜ਼ ਵੀਜ਼ਾ ਦਊਗੀ। ਸੋ ਇਹੀ ਮੇਰੇ ਨਾਲ ਹੋਇਆ, ਪਹਿਲਾਂ ਮੇਰੀ ਰਿਕੁਆਇਰਮੈਂਟ ਨਹੀਂ ਸੀ ਪੂਰੀ, ਸੋ ਮੈਨੂੰ ਨਹੀਂ ਵੀਜ਼ਾ ਪ੍ਰੋਵਾਈਡ ਹੋਇਆ। ਜਦੋਂ ਭਾਜੀ ਹੁਣਾਂ ਸਾਰਾ ਕੁਝ ਦੱਸਿਆ ਇੰਟਾਇਰ ਟੀਮ ਨੇ ਵੀ ਜਿਹੜੀ ਰਿਫਿਊਜ਼ਲ ਦਾ ਕਾਰਨ ਆ ਉਹਨੂੰ ਇੰਪਰੂਵਮੈਂਟ ਕਰ ਲਓ, ਸੋ ਕੀਤੀਆਂ ਤੇ ਪੂਰੀ ਮਿਹਨਤ ਨਾਲ ਇੰਟਾਇਰ ਟੀਮ ਦੀ ਮਿਹਨਤ ਨਾਲ ਅੱਜ ਮੇਰੇ ਹੱਥ ਵੀਜ਼ਾ ਆ। ਸੋ ਮੈਂ ਇਹੀ ਕਹੂੰਗਾ ਕਿ ਜੇ ਤੁਹਾਡੀ ਫਾਈਲ ਸਟਰੋਂਗ ਆ ਤੇ ਤੁਸੀਂ ਡੈਫੀਨਿਟਲੀ ਵੀਜ਼ਾ ਲੈ ਸਕਦੇ ਹੋ, ਇਹਦੇ ਵਿੱਚ ਕੋਈ ਦੁਹਰਾਈ ਨਹੀਂ। ਦੇਖੋ ਕਹਿੰਦੇ ਨੇ ਭਰੋਸਾ ਕਰਨਾ ਬੜਾ ਔਖਾ ਹੁੰਦਾ, ਇਸ ਨੌਜਵਾਨ ਨੇ ਵੀ ਭਰੋਸਾ ਕੀਤਾ, ਪਰ ਇਹਨੇ ਭਰੋਸੇ ਦੇ ਪਿੱਛੇ ਵੀ ਵਜ੍ਹਾ ਸੀ। ਪਹਿਲੇ ਇਹਨਾਂ ਦੇ ਸਿਸਟਰ ਸੀਗੇ, ਉਹਨਾਂ ਦਾ ਵੀ ਵੀਜ਼ਾ ਰਿਫਿਊਜ਼ ਸੀਗਾ ਕੈਨੇਡਾ ਤੋਂ, ਤੇ ਦੁਬਾਰਾ ਫਾਈਲ ਪ੍ਰੋਸੈਸ ਹੋਈ, ਨਵੀਆਂ ਗਾਈਡਲਾਈਨ ਦਿੱਤੀਆਂ ਗਈਆਂ, ਇਸ ਤਰੀਕੇ ਨਾਲ ਤਿਆਰੀ ਕਰਾਈ ਗਈ। ਉਸ ਪ੍ਰੈਪਰੇਸ਼ਨ ਦੀ ਬਦੌਲਤ ਇਹਨਾਂ ਦੀ ਸਿਸਟਰ ਦਾ ਵੀਜ਼ਾ ਲੱਗਿਆ ਤੇ ਅੱਜ ਉਹ ਕੈਨੇਡਾ ਪਹੁੰਚ ਚੁੱਕੇ ਨੇ। ਉਸ ਤੋਂ ਬਾਅਦ ਹਿੰਮਤ ਇਹਨਾਂ ਦੀ ਪਈ ਕਿ ਤੀਸਰੀ ਵਾਰ, ਤੁਸੀਂ ਦੇਖੋ ਬੜਾ ਔਖਾ ਹੁੰਦਾ 2 ਵਾਰ ਜਦੋਂ ਰਿਫਿਊਜ਼ਲ ਇੱਕ ਸ਼ਬਦ ਇਹੋ ਜਿਹਾ ਨਾ, ਵੈਸੇ ਤਾਂ ਮੈਨੂੰ ਇਹੋ ਜਿਹੀ ਗੱਲ ਨਹੀਂ ਕਹਿਣੀ ਚਾਹੀਦੀ ਕਿ ਇਦਾਂ ਲੱਗਦਾ ਵਾ ਕਿ ਜਿਵੇਂ ਕੋਈ ਮੌਤ ਹੀ ਹੋ ਗਈ ਹੈ। ਇਸ ਤਰੀਕੇ ਦਾ ਮਾਹੌਲ ਬਣ ਜਾਂਦਾ ਜਦੋਂ ਰਿਫਿਊਜ਼ਲ ਵਰਗੀ ਸਟੈਂਪ ਜਾਂ ਲੈਟਰ ਤੁਹਾਡੇ ਹੱਥ ਵਿੱਚ ਆ ਜਾਂਦੀ ਕਿ ਰਿਫਿਊਜ਼ਲ ਲੱਗ ਗਈ ਹੈ। ਸੋ ਉਸ ਤੋਂ ਬਾਅਦ ਚੋਂ ਹੌਸਲਾ ਕਰਨਾ ਬੜਾ ਜ਼ਰੂਰੀ, ਪਰ ਉਸ ਦੇ ਨਾਲ ਨਾਲ ਇਸ ਬੱਚੇ ਦੀ ਗੱਲ ਨੂੰ ਵੀ ਤੁਸੀਂ ਸੁਣੋ ਗੌਰ ਨਾਲ। ਉਹ ਇਹ ਗੱਲ ਕਹਿ ਰਹੇ ਨੇ ਕਿ ਪ੍ਰੈਪਰੇਸ਼ਨ ਬਹੁਤ ਜ਼ਰੂਰੀ ਹੈ। ਕਿਹੜਾ ਕੋਰਸ ਤੁਸੀਂ ਲੈ ਰਹੇ ਹੋ, ਉਸ ਕੋਰਸ ਦੇ ਕੀ ਫਾਇਦੇ ਨੇ, ਜਿਹੜੀ ਤੁਸੀਂ ਪਹਿਲੇ ਐਕੈਡਮਿਕ ਕੀਤੀ ਹੈ ਉਹਦੇ ਨਾਲ ਉਹਦਾ ਕੰਸਰਨ ਹੈਗਾ ਜਾਂ ਨਹੀਂ ਹੈਗਾ। ਹੁਣ ਤੁਸੀਂ ਦੂਸਰੀ ਵਾਰ ਜਦੋਂ ਤੁਹਾਡਾ ਦੂਸਰੀ ਵਾਰੀ ਰਿਫਿਊਜ਼ ਹੋਇਆ, ਉਦੋਂ ਤੀਸਰੀ ਵਾਰੀ ਦੀ ਹਿੰਮਤ ਕਿੱਦਾਂ ਬਣੀ? ਉਹ ਭਾਜੀ ਇੱਦਾਂ ਸੀਗਾ ਕਿ ਪਹਿਲਾਂ ਤਾਂ ਚਲੋ ਮੈਂ ਵੀ ਸੋਚਿਆ ਸੀ ਵੀ ਹੁਣ ਮਤਲਬ ਕੀ ਹੋਊਗਾ, ਕਿਉਂਕਿ ਸੈਕਿੰਡ ਵਾਰ ਰਿਫਿਊਜ਼ਲ ਆ ਗਈ ਤਾਂ ਬੰਦੇ ਨੂੰ ਦੁੱਖ ਓਬਵੀਅਸਲੀ ਹੁੰਦਾ ਹੀ ਆ, ਕਿਉਂਕਿ ਆਪਾਂ ਉੱਦਾਂ ਵੀ ਕਹਿੰਦੇ ਆ ਕਿ ਥਰਡ ਜਿਹੜਾ ਚਾਂਸ ਹੁੰਦਾ ਲਾਸਟ ਹੀ ਹੁੰਦਾ। ਸੋ ਮੇਰੇ ਨਾਲ ਵੀ ਇੱਦਾਂ ਹੀ ਹੋਇਆ ਸੀਗਾ ਕਿ ਮੈਂ ਭਾਜੀ ਹੁਣਾਂ ਨੂੰ ਕਾਲ ਕੀਤੀ ਤੇ ਭਾਜੀ ਹੁਣਾਂ ਨੇ ਮਤਲਬ ਦੱਸਿਆ ਕਿ ਤੁਸੀਂ ਜਿਹੜੀ ਇੰਪਰੂਵਮੈਂਟ ਇੱਕ ਵਾਰ ਕਰਕੇ ਦੇਖ ਲਓ, ਜੇ ਕੀ ਪਤਾ ਵੀ ਉਹੀ ਗੱਲ ਹੋਈ, ਕਿਸਮਤ ਦੀ ਗੱਲ ਹੁੰਦੀ ਆ ਵੀ ਆਉਣਾ ਸੀਗਾ ਵੀਜ਼ਾ। ਸੋ ਜਦੋਂ ਬੈਂਡ ਵਧੀਆ ਰਿਕੁਆਇਰਮੈਂਟ ਆਈ, ਬਟ ਇਹਦੇ ਵਿੱਚ ਫੇਰ ਮੇਰੇ ਇੱਕ ਚੋਂ 5.5 ਸੀਗੇ। ਸੋ ਮੈਨੂੰ ਇਸ ਗੱਲ ਦੀ ਤਾਂ ਖੁਸ਼ੀ ਆ ਵੀ ਚਲੋ 5.5 ਦੇ ਬਾਵਜੂਦ ਵੀ ਮੇਰਾ ਇੱਕ ਦੇ ਵਿੱਚੋਂ ਰਹਿਣ ਦੇ ਵਿੱਚ ਫੇਰ ਵੀ ਵੀਜ਼ਾ ਆ ਗਿਆ। ਸੋ ਉਹੀ ਗੱਲ ਆ ਗਈ ਕਿ ਜੇ ਆਪਾਂ ਹਿੰਮਤ ਨਹੀਂ ਹਾਰਦੇ, ਵਧੀਆ ਆਪਣੇ ਤੇ ਯਕੀਨ ਰੱਖਦੇ ਆ, ਮਾਲਕ ਤੇ ਯਕੀਨ ਰੱਖਦੇ, ਸੋ ਡੈਫੀਨੇਟਲੀ ਹਰ ਇੱਕ ਸੁਪਨਾ ਪੂਰਾ ਹੋਊਗਾ, ਇਕੱਲੇ ਵੀਜ਼ੇ ਦੀ ਗੱਲ ਨਹੀਂ। ਸੋ ਮੈਂ ਇਹੀ ਕਹੂੰਗਾ ਕਿ ਵਧੀਆ ਆਪਣੀ ਤੁਸੀਂ ਹਿੰਮਤ ਨਾ ਹਾਰੋ, ਜੇ ਰਿਫਿਊਜ਼ਲ ਆਉਂਦੀ ਵੀ ਆ ਤੇ ਤੁਸੀਂ ਦੁਬਾਰਾ ਤੋਂ ਮਿਹਨਤ ਕਰੋ, ਵੀਜ਼ਾ ਤੁਹਾਡਾ ਡੈਫੀਨੇਟਲੀ ਆਏਗਾ। ਲੋ ਜੀ, ਇਸ ਬੱਚੇ ਨੂੰ ਇੱਕ ਵਾਰ ਫੇਰ ਵਧਾਈ ਦਿੰਦੇ ਆ। ਗੱਲ ਉੱਥੇ ਆਉਂਦੀ ਹੈ, ਇੱਕ ਗੱਲ ਦੀ ਕਹਿੰਦੇ ਨਾ ਹਰ ਚੀਜ਼ ਤੋਂ ਕੁਝ ਸਿੱਖਣਾ ਚਾਹੀਦਾ। ਮੇਰੀ ਤਾਂ ਜ਼ਿੰਦਗੀ ਦਾ ਅਸੂਲ ਹੈ, ਜਿੱਥੋਂ ਜਿਹੜੀ ਸਿੱਖਿਆ ਮਿਲੇ, ਜਿੱਥੋਂ ਗਿਆਨ ਮਿਲੇ ਉਹਨੂੰ ਖਿੱਚ ਲਓ। ਇਹ ਨਾ ਦੇਖੋ ਕੋਈ ਛੋਟਾ ਹੈ ਕੋਈ ਵੱਡਾ ਹੈ ਜਾਂ ਉਹਦੀ ਪ੍ਰੋਫਾਈਲ ਕੀ ਹੈ, ਜਿੱਥੋਂ ਗਿਆਨ ਮਿਲੇ ਮਿਲਣਾ ਚਾਹੀਦਾ। ਇਸ ਬੱਚੇ ਕੋਲੋਂ ਲਵੋ ਸਬਕ। ਰਿਫਿਊਜ਼ਲ ਐਂਡ ਨਹੀਂ ਹੈਗਾ। ਜੇ ਕਿਤੇ ਰਿਫਿਊਜ਼ਲ ਆ ਗਈ ਆ ਤਾਂ ਮਤਲਬ ਇਹ ਨਹੀਂ ਹੈਗਾ ਕਿ ਤੁਹਾਡੀ ਜਿਹੜੀ ਹੈ ਜ਼ਿੰਦਗੀ ਦੀ ਤਰੱਕੀ ਜਿਹੜੀ ਉੱਥੇ ਰੁਕ ਗਈ ਹੈ ਜਾਂ ਤੁਹਾਡੇ ਖਾਬ ਟੁੱਟ ਗਏ ਨੇ। ਬਸ ਜ਼ਰੂਰੀ ਹੈ ਕਿ ਤੁਸੀਂ ਘੱਟੋ ਘੱਟ ਥੋੜੀਆਂ ਸਾਵਧਾਨੀਆਂ ਵਰਤੋ ਤੇ ਆਪਣੀ ਜਿਹੜੀ ਪ੍ਰੋਫਾਈਲ ਨੂੰ ਬੈਟਰ ਕਰੋ, ਤਾਂ ਕਿ ਤੁਸੀਂ ਵੀ ਆਪਣਾ ਵੀਜ਼ਾ ਜਿਹੜਾ ਸਹੀ ਤਰੀਕੇ ਨਾਲ ਪ੍ਰੋਸੈਸ ਕਰਾ ਸਕੋ। ਸੋ ਇੱਕ ਵਾਰੀ ਫਿਰ ਜੇਪੀ ਜੀ ਗੱਲ ਕਰਾਂਗੇ, ਤੁਸੀਂ ਆ ਜਾਓ ਉੱਧਰ। ਜੇਪੀ ਜੀ, ਇਹ ਜਾਣਕਾਰੀ ਦਿਓ ਕਿ ਰਿਫਿਊਜ਼ਲ 2 ਆ ਜਾਂਦੇ ਆ, ਹਨਾ? ਜਿੱਦਾਂ ਬੱਚੇ ਨੇ ਦੱਸਿਆ ਕਿ ਤੁਸੀਂ ਮਨਾ ਕਰ ਦਿੱਤਾ, ਉਹਨੂੰ ਕਹਾ ਕਿ ਨਹੀਂ 5 ਬੈਂਡ ਦੇ ਨਾਲ ਨਹੀਂ ਲੱਗਣਾ, ਪਰ ਆਮ ਤੌਰ ਦੇ ਉੱਤੇ ਹਾਲਾਂਕਿ ਚਲੋ ਬੜੇ ਹਰ ਕੰਮ 'ਚ ਕੰਪੀਟੀਸ਼ਨ ਹੈ, ਜੇ ਇਹੀ ਬੱਚਾ ਕਿਸੇ ਹੋਰ ਦੇ ਚੱਲ ਜਾਂਦਾ ਤੇ ਉਹਨਾਂ ਨੇ ਕਹਿਣਾ ਸੀ ਲਿਆ ਵੀ ਲਾ ਦਿਓ, ਤੇ ਹੋ ਸਕਦਾ ਤੁਹਾਡਾ ਗਾਹਕ ਖਰਾਬ ਹੋ ਜਾਂਦਾ। ਇਹਦੇ ਪਿੱਛੇ ਦਾ ਰੀਜ਼ਨ ਦੇਖੋ, ਇਹਦੇ ਪਿੱਛੇ ਦਾ ਰੀਜ਼ਨ ਕੀ ਸੀ ਕਿ ਇਹਨਾਂ ਨੂੰ ਸਾਡੀ ਕੰਪਨੀ ਤੇ ਭਰੋਸਾ ਸੀ, ਕਿਉਂਕਿ ਇਹਨਾਂ ਦੀ ਸਿਸਟਰ ਪਹਿਲਾਂ ਹੋਰ ਕਿਸੇ ਕੰਸਲਟੈਂਟ ਤੋਂ ਰਿਫਿਊਜ਼ ਸੀ। ਸੋ ਰਿਫਿਊਜ਼ਲ ਲੱਗ ਗਈ, ਉੱਥੋਂ ਮਨ ਟੁੱਟ ਗਿਆ, ਸਾਡੇ ਕੋਲ ਆਏ। ਅੱਜ ਦੀ ਡੇਟ ਦੇ ਵਿੱਚ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਦੀ ਜੇਕਰ ਸਾਡੀ ਡਿਫਰੈਂਟ ਪਹਿਚਾਣ ਆ ਤੇ ਚੈਲੰਜ ਵਾਲੇ ਜਿਹੜੇ ਕੇਸ ਆ ਉਹਨਾਂ ਨੂੰ ਆਪਾਂ ਲੈਂਦੇ ਆ। ਜਿਹੜੇ ਰਿਫਿਊਜ਼ਲ ਕੇਸ ਆ, ਹੁਣ ਇਹ ਤੁਹਾਡੇ ਸਾਹਮਣੇ ਕਿ 2 ਵਾਰੀ ਰਿਫਿਊਜ਼ ਸੀ। ਆਮ ਤੌਰ ਤੇ ਮਾਰਕੀਟ ਦੇ ਵਿੱਚ ਕੋਈ ਵੀ ਬੰਦਾ ਕਿਤੋਂ ਕੇਸ ਪ੍ਰੋਸੈਸ ਕਰਦਾ ਤੇ ਹਰ ਵਾਰੀ ਆਪਣੇ ਫਾਈਲ ਚਾਰजेस ਲੈਂਦਾ। ਤੁਸੀਂ ਇਹਨਾਂ ਤੋਂ ਵੀ ਪੁੱਛ ਸਕਦੇ ਕਿ ਸਾਡੀ ਫੀਸ 1 ਟਾਈਮ ਆ ਔਰ ਫੈਸਿਲਿਟੀ ਲਾਈਫ ਟਾਈਮ। ਲਾਈਫ ਟਾਈਮ ਇਨ ਦਾ ਸੈਂਸ ਕਿ ਅਸੀਂ ਇਹਨਾਂ ਨੂੰ ਇਹੀ ਕਿਹਾ ਕਿ ਸਾਡੀ ਕੰਪਨੀ ਤੁਹਾਡੇ ਨਾਲ ਉਨਾ ਚਿਰ ਤੱਕ ਆ ਜਿੰਨਾ ਚਿਰ ਤੱਕ ਵੀਜ਼ਾ ਨਹੀਂ ਆਉਂਦਾ, ਔਰ ਇਹਨਾਂ ਤੋਂ ਫੀਸ ਅਸੀਂ ਇੱਕੋ ਵਾਰੀ ਹੀ ਲਈ ਔਰ ਨੋਮੀਨਲੀ ਜਿਹੜੇ ਬਿਲਕੁਲ ਮਾਮੂਲੀ ਜਿਹੇ ਚਾਰजेस ਉਹ ਲੈ ਕੇ ਇਹਨਾਂ ਦਾ ਵੀਜ਼ਾ ਲਵਾ ਕੇ ਦਿੱਤਾ।
ਨਹੀਂ ਤਾਂ ਰਿਫਿਊਜ਼ਲ ਵਾਲੇ ਕੇਸਾਂ 'ਚ ਬਹੁਤ ਸਾਰੇ ਕੰਸਲਟੈਂਟ ਕੀ ਕਰਦੇ ਕਿ ਲਾਇਰ ਤੋਂ ਫਾਈਲ ਲਵਾਵਾਂਗੇ, ਇਹ ਕਰਾਂਗੇ, ਇੰਨਾ ਲੱਖਾਂ ਰੁਪਏ ਲੈ ਲੈਂਦੇ। ਸੋ ਅਸੀਂ ਕੋਈ ਵੀ ਲੱਖਾਂ ਰੁਪਏ ਨਹੀਂ ਲੈਂਦੇ, ਬਿਲਕੁਲ ਮਾਮੂਲੀ ਜਿਹੇ 20-25 ਹਜ਼ਾਰ ਰੁਪਏ ਚਾਰਜ ਲੈ ਕੇ ਆਪਾਂ ਪ੍ਰੋਸੈਸ ਕਰਦੇ ਹਾਂ। ਦੂਸਰਾ ਮੈਂ ਹਰ ਵਾਰੀ ਇਹੀ ਕਹਿਣਾ ਕਿ ਵੀਜ਼ਾ ਬੱਚੇ ਦੀ ਪ੍ਰੋਫਾਈਲ, ਬੱਚੇ ਦੀ ਕਾਬਲੀਅਤ ਨੂੰ ਲੱਗਦਾ ਹੈ। ਏਜੰਟ ਦੇ ਕੋਲ ਕੋਈ ਜਾਦੂ ਦੀ ਛੜੀ ਨਹੀਂ ਹੈ। ਸਾਡੀ ਰਿਸਪੌਂਸਿਬਿਲਟੀ ਹੁੰਦੀ ਹੈ ਕਿ ਜੈਨੂਅਨ ਕਾਗਜ਼ ਜੋ ਅੰਬੈਸੀ ਦੀਆਂ ਗਾਈਡਲਾਈਨ ਨੇ ਉਹਨੂੰ ਫੋਲੋ ਕਰਕੇ ਲਗਾਉਣਾ। ਦੂਸਰੀ ਚੀਜ਼ ਹੈ ਕਿ ਸਾਡਾ ਮਕਸਦ ਐਜ਼ ਏ ਕੈਰੀਅਰ ਕਾਉਂਸਲਿੰਗ ਕਰਕੇ ਬੱਚੇ ਦਾ ਚੰਗਾ ਭਵਿੱਖ ਬਣਾਉਣਾ। ਵੀਜ਼ਾ ਹਰ ਕੋਈ ਲਵਾ ਰਿਹਾ, ਅਸੀਂ ਵੀਜ਼ਾ ਤੇ ਲਵਾ ਹੀ ਰਹੇ ਹਾਂ, ਬਟ ਵੀਜ਼ਿਆਂ ਦੇ ਨਾਲ ਨਾਲ ਬੱਚੇ ਦਾ ਚੰਗਾ ਭਵਿੱਖ ਬਣਾਉਣ ਦੇ ਵਿੱਚ ਅੱਜ ਵੀਜ਼ੇ ਲੱਗੇ ਬੱਚੇ ਕੈਨੇਡਾ ਦੇ ਵਿੱਚ ਧੱਕੇ ਖਾਣ ਡਏ। ਕਾਰਨ ਕਿਉਂਕਿ ਬੱਚਿਆਂ ਦੀ PR ਨਹੀਂ ਹੋ ਰਹੀ, ਬੱਚਿਆਂ ਨੂੰ ਇੱਕ ਪ੍ਰੋਵਿੰਸ ਛੱਡ ਕੇ ਦੂਜੇ ਪ੍ਰੋਵਿੰਸ ਦੇ ਵਿੱਚ ਮੂਵ ਹੋਣਾ ਪੈ ਰਿਹਾ। ਬੱਚਿਆਂ ਨੂੰ ਉੱਥੇ ਜਾ ਕੇ ਪਤਾ ਲੱਗਦਾ ਜਿਹੜੇ ਕੋਰਸ ਦੇ ਵਿੱਚ ਮੈਂ ਜਾ ਰਿਹਾ ਇਹਦੇ 'ਚ ਮੈਨੂੰ PR ਨਹੀਂ ਮਿਲਣੀ। ਇੱਕ ਮਿੰਟ ਇੱਥੇ ਟੋਕਣਾ ਚਾਹਾਂਗਾ ਜੀ, ਇਹ ਗੱਲ ਇੰਨੀ ਹਲਕੀ ਨਹੀਂ ਹੈਗੀ, ਬਹੁਤ ਵਜ਼ਨਦਾਰ ਗੱਲ ਹੈ ਕਿ ਇੱਕ ਸਟੇਟ ਤੋਂ ਜਦੋਂ ਤੁਹਾਨੂੰ ਦੂਸਰੀ ਜਗ੍ਹਾ ਮੂਵ ਕਰਨਾ ਪੈਂਦਾ ਨਾ, ਤੁਹਾਡੀ ਪ੍ਰੋਸੈਸਿੰਗ ਸਮਝ ਲਓ ਫਿਰ ਨਵੇਂ ਸਿਰੇ ਤੋਂ ਸ਼ੁਰੂ ਹੁੰਦੀ ਹੈ। ਜੇਕਰ ਕੈਨੇਡਾ 2 ਸਾਲ ਦੇ ਵਿੱਚ ਤੁਹਾਨੂੰ PR ਦੇਣ ਦਾ ਪ੍ਰਾਵਧਾਨ ਹੈਗਾ, ਜੇਕਰ ਤੁਸੀਂ ਐਲੀਜੀਬਿਲਟੀ ਕ੍ਰਾਈਟੇਰੀਆ ਪੂਰਾ ਕਰ ਲੈਂਦੇ ਹੋ 2 ਸਾਲ ਤੋਂ ਬਾਅਦ ਤੁਸੀਂ PR ਵਾਲੇ ਪ੍ਰੋਸੈਸ ਵਿੱਚ ਆ ਜਾਂਦੇ ਹੋ। ਪਰ ਜੇਕਰ ਤੁਹਾਨੂੰ ਆਪਣੀ ਸਟੇਟ ਚੇਂਜ ਕਰਨੀ ਪੈ ਗਈ ਤੇ ਇਹ ਸਾਰਾ ਪ੍ਰੋਸੈਸ ਨਵੇਂ ਸਿਰੇ ਤੋਂ ਹੁੰਦਾ, ਯਾਨੀ ਕਿ ਤੁਹਾਡੀ ਜ਼ਿੰਦਗੀ ਜਿਹੜੀ ਹੈ ਉਹ ਪਹਿਲੇ ਸਟੈਪ ਤੋਂ ਦੁਬਾਰਾ ਸ਼ੁਰੂ ਹੁੰਦੀ ਹੈ ਤੇ ਉਨਾ ਹੀ ਖਰਚਾ। ਤੁਸੀਂ ਦੇਖੋ ਉੱਥੇ ਡਾਲਰ ਲੱਗਦੇ ਨੇ, ਜੇ ਡਾਲਰ ਕਮਾਏ ਜਾਂਦੇ ਨੇ ਤੇ ਖਰਚਾ ਵੀ ਡਾਲਰਾਂ 'ਚ ਹੁੰਦਾ। ਇੰਨੀ ਕੁ ਗੱਲ 'ਚ ਕਿੰਨੀ ਸੱਚਾਈ ਹੈ ਜੀ? 200% ਅੱਜ ਪੰਜਾਬ ਦੇ ਵਿੱਚ ਨੌਜਵਾਨ ਦੀ ਜਿਹੜੀ ਪਹਿਲੀ ਡਿਮਾਂਡ ਕੀ ਵੀਜ਼ਾ, ਬਟ ਸਾਡੀ ਜਿਹੜੀ ਹੈਗੀ ਹੈ ਉਹਨਾਂ ਨੂੰ ਸਲਾਹ ਵੀਜ਼ਾ ਨਹੀਂ ਹੈਗੀ। ਸਾਡੀ ਸਲਾਹ ਹੈ ਉਹਨਾਂ ਨੂੰ ਕਿੱਦਾਂ ਫਿਊਚਰ ਬਣਾਉਣਾ। ਹੁਣ ਇਹ ਗੁਰਪ੍ਰੀਤ ਸਾਡੇ ਕੋਲ ਆਏ ਸੀ, ਇਹਨਾਂ ਦੀ ਸਿਸਟਰ ਆਈ, ਇਹਨਾਂ ਦਾ ਕੀ ਮਨਸ਼ਾ ਕੀ ਸੀ ਕਿ ਕੈਨੇਡਾ ਦਾ ਵੀਜ਼ਾ ਸਾਨੂੰ ਬਰੈਂਪਟਨ ਭੇਜ ਦਿਓ, ਵੈਨਕੂਵਰ ਭੇਜ ਦਿਓ। ਇਹਨਾਂ ਨੂੰ ਬਿਠਾ ਕੇ 2-2 ਘੰਟੇ ਲਾ ਕੇ ਸਮਝਾਇਆ ਕਿ ਤੁਸੀਂ ਕਿਹੜੀ ਪ੍ਰੋਵਿੰਸ ਦੇ ਵਿੱਚ ਜਾਓ, ਜਿੱਥੇ ਤੁਹਾਨੂੰ ਕਿਹੜਾ ਕੋਰਸ ਲਓ, ਕਿੱਥੇ ਤੁਹਾਨੂੰ PR ਹੋ ਸਕਦੀ ਹੈ। ਅੱਜ ਜੇਕਰ ਅਸੀਂ ਘਰ ਜਲੰਧਰ ਦੇ ਵਿੱਚ ਬਣਾਉਂਦੇ ਆ ਤੇ 2 ਸਾਲ ਬਾਅਦ ਜਲੰਧਰ ਦਾ ਮੇਅਰ ਕਹਿ ਦੇ ਕਿ ਤੁਹਾਨੂੰ ਇੱਥੋਂ ਰਹਿਣ ਦਾ ਆਰਡਰ ਨਹੀਂ ਹੈਗੇ, ਤੁਸੀਂ ਸ਼ਹਿਰ ਛੱਡ ਦਿਓ, ਕਿਉਂਕਿ ਇੱਕ ਜਿਹੜਾ ਦੂਜੇ ਦੇਸ਼ ਤੋਂ ਬੰਦਾ ਆ ਕੇ ਇਸ ਸਟੇਟ ਦੇ ਵਿੱਚ ਰਹੇਗਾ। ਹਰ ਸਟੇਟ ਦੇ ਅਲੱਗ-ਅਲੱਗ ਰੂਲ ਨੇ, ਪੰਜਾਬ ਸਰਕਾਰ ਦੇ ਅਲੱਗ ਨੇ, ਹਰਿਆਣਾ ਦੇ ਅਲੱਗ ਨੇ, ਰਾਜਸਥਾਨ ਦੇ ਅਲੱਗ ਨੇ। ਇਸੇ ਤਰ੍ਹਾਂ ਹੀ ਕੈਨੇਡਾ ਦੀਆਂ ਜਿੰਨੀਆਂ ਵੀ ਸਟੇਟ ਆ, ਹਰ ਇੱਕ ਪ੍ਰੋਵਿੰਸ ਦੇ ਅਲੱਗ-ਅਲੱਗ ਰੂਲਸ ਨੇ। ਹੁਣ ਇਹ ਬੱਚਾ ਜਿਹੜਾ ਹੈਗਾ ਇਹਨੂੰ ਵੀਜ਼ਾ ਦਾ ਮਤਲਬ ਨਹੀਂ ਸੀ ਹੈਗਾ। ਇਹਨੂੰ ਜਦੋਂ ਸਮਝਾ ਦਿੱਤਾ ਨਾ ਕਿ ਵੀਜ਼ਾ ਤੇਰਾ ਆਉਣਾ ਹੈ, ਬਟ ਵੀਜ਼ੇ ਤੋਂ ਬਾਅਦ ਪੱਕੇ ਕਿੱਦਾਂ ਹੋਣਾ, ਵਰਕ ਪਰਮਿਟ ਕਿੱਦਾਂ ਲੈਣਾ, ਜੌਬ ਕਿੱਦਾਂ ਲੈਣੀ ਹੈ, PR ਕਿੱਦਾਂ ਹੋ ਸਕਦਾ, ਉਹ ਚੀਜ਼ਾਂ ਇਹਦੇ ਦਿਮਾਗ ਦੇ ਵਿੱਚ ਪਾਈਆਂ ਸੀ। ਅੱਜ ਕੈਨੇਡਾ ਦਾ ਹੱਥ ਦੇ ਵਿੱਚ ਵੀਜ਼ਾ ਆ ਜਾਂਦਾ ਬੱਚਿਆਂ ਦੇ, ਉਹ ਸਮਝਦੇ ਕਿ ਬਸ ਮੈਂ ਫੰਨੇ ਖਾਂ ਬਣ ਗਿਆ। ਕੁਛ ਨਹੀਂ ਬਣਦਾ। ਉੱਥੇ ਜਾ ਕੇ 2 ਮਿੰਟ ਦੇ ਵਿੱਚ ਵੀਜ਼ੇ ਦੀ ਖੁਸ਼ੀ ਖਤਮ ਹੋ ਜਾਂਦੀ। ਕਾਰਨ ਕੀ ਆ ਕਿ ਜਾ ਕੇ ਪੜ੍ਹਾਈ ਕਰਨੀ ਪੈਂਦੀ, ਮਿਹਨਤ ਕਰਨੀ ਪੈਂਦੀ। ਔਰ 2 ਸਾਲ ਦੀ ਪੜ੍ਹਾਈ ਕਰਨ ਤੋਂ ਬਾਅਦ ਬੱਚੇ ਨੂੰ ਜਦੋਂ ਪਤਾ ਲੱਗਦਾ ਨਾ ਕਿ ਜਿਹੜਾ ਮੈਂ ਕੋਰਸ ਕੀਤਾ ਇਹ PR ਕੈਟਾਗਰੀ ਦੀ ਲਿਸਟ 'ਚ ਨਹੀਂ ਹੈਗਾ। ਇੱਕ ਮਿੰਟ ਜੀ, ਇਹ ਗੱਲ ਇਹਨਾਂ ਨੇ ਕਹੀ ਹੈ, ਇਹ ਗੱਲ ਬੜੀ ਗੌਰ ਕਰਨ ਵਾਲੀ ਗੱਲ ਹੈ ਕਿ 2 ਪਲਾਂ ਦੇ ਵਿੱਚ ਹੀ ਤੁਹਾਡੀ ਸਾਰੀ ਖੁਸ਼ੀ ਨਾਸੂਰ ਹੋ ਜਾਂਦੀ। ਜਿਹਨੂੰ ਤੁਸੀਂ ਕਹਿੰਦੇ ਨਾ ਵੀਜ਼ਾ ਲਵਾ ਲਓ, ਵੀਜ਼ਾ ਲਵਾ ਲਓ, ਵੀਜ਼ਾ ਲੱਗ ਗਿਆ, ਉੱਥੇ ਤੁਸੀਂ ਪਹੁੰਚ ਗਏ, ਉਦੋਂ ਤੱਕ ਤਾਂ ਖੁਸ਼ੀ ਬਰਕਰਾਰ ਹੈ। ਪਰ ਜਦੋਂ ਉੱਥੋਂ ਦਾ ਸੰਘਰਸ਼ ਸ਼ੁਰੂ ਹੁੰਦਾ ਹੈ, ਤੁਸੀਂ ਇਹ ਕਿਉਂ ਨਹੀਂ ਸੋਚਦੇ ਕਿ ਇੱਥੋਂ ਦਾ ਵੀਜ਼ਾ ਲਵਾ ਕੇ ਚੱਲ ਜਾਓਗੇ, ਅੱਗੇ ਦੀ ਜ਼ਿੰਦਗੀ ਕਿੱਦਾਂ ਕੱਟਣੀ ਹੈ। ਜੇਕਰ ਅੱਗੇ ਦੀ ਜ਼ਿੰਦਗੀ ਨੂੰ ਵੀ ਸਮੂਥ ਬਣਾਉਣਾ ਹੈ, ਆਪਣੀ ਜ਼ਿੰਦਗੀ ਦੀ ਕੀਤੀ ਹੋਈ ਮਿਹਨਤ ਨੂੰ ਤੁਸੀਂ ਪੂਰਾ ਕਰਨਾ ਵਾ, ਤਾਂ ਜ਼ਰੂਰੀ ਹੈ ਕਿ ਸੋਚ ਸਮਝ ਕੇ ਆਪਣਾ ਕੋਰਸ ਚੁਣੋ। ਕੋਰਸਾਂ ਬਾਰੇ ਜਾਣਕਾਰੀ ਦਿਓ ਜੀ। ਆਮ ਤੌਰ ਦੇ ਉੱਤੇ ਪੇਰੈਂਟਸ ਕੋਲ ਕਰ ਜਾਂਦੇ, ਉਹ ਕਹਿੰਦੇ ਨੇ, ਤੁਹਾਡੇ ਕੋਲ ਵੀ ਇਦਾਂ ਹੀ ਕੇਸ ਆਉਂਦੇ ਹੋਣਗੇ ਕਿ ਉਹ ਕਹਿੰਦੇ ਨੇ ਵੀਜ਼ਾ ਲਵਾ ਦਿਓ, ਉਹ ਕੋਰਸ ਦੀ ਗਾਈਡਲਾਈਨ ਨਹੀਂ ਲੈਂਦੇ। ਉਹਦੇ ਵਾਸਤੇ ਕੀ ਕਹਿਣਾ ਚਾਹੋਗੇ? ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਦੋਂ ਪੰਜਾਬ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਣ ਦੀ ਗੱਲ ਆਉਂਦੀ ਹੈ, ਅੱਜ ਜੇ ਕਿਸੇ ਬੱਚੇ ਦਾ ਮਾਂ-ਪਿਓ ਡਾਕਟਰ ਹੈ ਤਾਂ ਉਹ ਕਹਿੰਦਾ ਤੈਨੂੰ ਡਾਕਟਰ ਬਣਾਉਣਾ, ਜੇ ਇੰਜੀਨੀਅਰ ਹੈ ਤਾਂ ਤੈਨੂੰ ਇੰਜੀਨੀਅਰ ਬਣਾਉਣਾ। ਬਟ ਜਦੋਂ ਵਿਦੇਸ਼ ਜਾਣ ਦੀ ਗੱਲ ਆਉਂਦੀ ਹੈ ਉਦੋਂ ਕੋਈ ਡਾਕਟਰ ਨਹੀਂ ਬਣਾਉਣਾ ਚਾਹੁੰਦਾ, ਕੋਈ ਇੰਜੀਨੀਅਰ ਨਹੀਂ ਬਣਾਉਣਾ ਚਾਹੁੰਦਾ। ਸਿਰਫ ਉਹਨਾਂ ਦਾ ਟਾਰਗੇਟ ਕੀ ਆ? ਵੀਜ਼ਾ, ਕੈਨੇਡਾ ਦਾ ਵੀਜ਼ਾ ਲਵਾ ਦਿਓ। ਬਟ ਸਾਡਾ ਮਕਸਦ ਵੀਜ਼ਾ ਲਵਾਉਣਾ ਨਹੀਂ ਹੈਗਾ। ਸਾਡਾ ਮਕਸਦ ਵਿਦੇਸ਼ ਦੇ ਵਿੱਚ ਬੱਚੇ ਨੂੰ ਕਿਸ ਤਰੀਕੇ ਦੇ ਨਾਲ ਉਹਦੀ PR ਕਰਾਉਣੀ ਹੈ, ਕਿਸ ਤਰੀਕੇ ਦੇ ਨਾਲ ਉਹਨੂੰ ਕੋਰਸ ਲੈ ਕੇ ਦੇਣਾ ਜਿਹਦੇ 'ਚ ਉਹ ਪੱਕਾ ਹੋ ਸਕੇ, ਉਹ ਕਿਹੜਾ ਕਾਲਜ ਲੈ ਕੇ ਦੇਣਾ ਵਾ ਜਿਹਦੇ ਵਿੱਚ ਘੱਟ ਫੀਸ ਹੋਵੇ। ਹੁਣ ਸਾਡਾ ਮਕਸਦ ਇਹਨੂੰ ਉਹ ਕੋਰਸ ਲੈ ਕੇ ਦਿੱਤੇ ਨੇ ਜਿਹੜਾ ਪੜ੍ਹ ਕੇ ਈਜ਼ੀਲੀ ਵਰਕ ਪਰਮਿਟ ਹਾਸਲ ਕਰ ਸਕਦਾ। ਇਹਨੂੰ ਇਸ ਗੱਲ ਦੀ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਆ ਕਿ ਪੜ੍ਹਾਈ ਖਤਮ ਹੋਣ ਤੋਂ ਬਾਅਦ ਇਹਨੂੰ ਪੱਕਾ ਨਹੀਂ ਹੋਏਗਾ, ਪੜ੍ਹਾਈ ਖਤਮ ਹੋਣ ਤੋਂ ਬਾਅਦ PR ਨਹੀਂ ਹੋਏਗੀ। ਪੰਜਾਬ ਦੇ ਵਿੱਚ ਏਜੰਟ ਦਾ ਟਾਰਗੇਟ ਵੀ ਵੀਜ਼ਾ ਤੇ ਬੱਚਿਆਂ ਦਾ ਟਾਰਗੇਟ ਵੀ ਵੀਜ਼ਾ ਤੇ ਬੱਚਿਆਂ ਦੇ ਮਾਂ-ਬਾਪ ਦਾ ਟਾਰਗੇਟ ਵੀ ਵੀਜ਼ਾ। ਬਟ ਜਦੋਂ ਬੱਚੇ ਉੱਥੇ ਪਹੁੰਚਦੇ ਆ, ਪੜ੍ਹਾਈ ਖਤਮ ਹੁੰਦੀ ਆ
ਤੇ ਮੇਰੇ ਕੋਲ ਬਹੁਤ ਸਾਰੇ ਮਾਪੇ ਇੱਥੇ ਆਉਂਦੇ ਨੇ ਕਿ ਸਾਡੇ ਬੱਚੇ ਦਾ ਪੜ੍ਹਾਈ ਖਤਮ ਹੋ ਗਈ, ਔਰ ਜਦੋਂ ਉੱਥੇ ਜਾ ਕੇ ਕਿਸੇ ਏਜੰਟ ਤੋਂ ਸਲਾਹ ਲਈ, ਉਹਨੇ ਕਿਹਾ ਇਹਦੇ 'ਚ ਤੁਹਾਡੀ ਪੀਆਰ ਨਹੀਂ ਹੋਣੀ, ਕੋਰਸ ਚੇਂਜ ਕਰੋ। ਸਾਡੇ ਕੋਲ ਦਿਨ ਦੇ ਵਿੱਚ 10 ਕੁਐਰੀਆਂ ਇਹੋ ਜਿਹੀਆਂ ਆਉਂਦੀਆਂ ਕੋਰਸ ਚੇਂਜ ਕਰਨ ਦੀਆਂ ਕਿ ਬੱਚਾ ਸਾਡਾ ਕੈਨੇਡਾ ਹੈ, ਕੋਰਸ ਦੇ ਲੋਕੇਸ਼ਨ ਚੇਂਜ ਕਰਾ ਦਿਓ। ਮੇਰੀ ਤੁਹਾਡੇ ਇਸ ਸ਼ੋਅ ਦੇ ਮਾਧਿਅਮ ਰਾਹੀਂ ਮਾਂ-ਬਾਪ ਨੂੰ ਇੱਕ ਹੀ ਸਲਾਹ ਹੈ ਕਿ ਪਹਿਲੇ ਦਿਨ ਹੀ ਬੱਚੇ ਨੂੰ ਉਸ ਪ੍ਰੋਵਿੰਸ ਦੇ ਵਿੱਚ ਭੇਜੋ, ਉਸ ਕੋਰਸ ਦੇ ਵਿੱਚ ਭੇਜੋ ਜਿਹਦੇ ਵਿੱਚ ਬੱਚੇ ਤੁਹਾਡੇ ਨੂੰ ਚੰਗੀ ਜੌਬ ਮਿਲਣੀ ਆ, ਚੰਗੀ ਤਰ੍ਹਾਂ ਉੱਥੇ ਪੀਆਰ ਹੋ ਸਕਦਾ ਹੈ, ਚੰਗੀ ਕਮਾਈ ਆ। ਅੱਜ ਕੱਲਾ ਟਾਰਗੇਟ ਵੀਜ਼ਾ ਨਾ ਰੱਖੋ, ਟਾਰਗੇਟ ਇਹ ਰੱਖੋ ਕਿਉਂਕਿ ਲੱਖਾਂ ਰੁਪਏ ਲੱਗਣੇ ਆ, ਕੋਈ 10-20 ਰੁਪਏ ਦਾ ਕੰਮ ਨਹੀਂ ਕਿ ਲਾਸ ਹੋ ਜਾਏਗਾ। ਇੱਕ ਚੀਜ਼ ਮੈਂ ਤੁਹਾਨੂੰ ਟੋਕ ਰਿਹਾ, ਇੱਕ ਚੀਜ਼ ਬੜੀ ਜ਼ਰੂਰੀ ਹੈ। ਜਦੋਂ ਤੁਸੀਂ ਵੀ ਜਿਹੜੇ ਮੇਰੇ ਦਰਸ਼ਕ ਦੇਖ ਰਹੇ ਨੇ, ਜਦੋਂ ਆਪਾਂ ਸਟੱਡੀ ਵੀਜ਼ਾ ਕਿਸੇ ਕੋਲ ਲੈਣ ਵਾਸਤੇ ਅਪਲਾਈ ਕਰਨ ਵਾਸਤੇ ਜਾਂਦੇ ਆ, ਆਪਾਂ ਕੀ ਦੇਖਦੇ ਆ? ਆਪਾਂ ਕਹਿੰਦੇ ਜੀ ਕਿੰਨੇ ਪੈਸੇ ਲੈਣੇ ਆ, ਠੀਕ ਹੈ। ਯਾਨੀ ਕਿ ਜਿਹੜਾ ਬੰਦਾ ਘੱਟ ਪੈਸੇ 'ਚ ਲੈਂਦਾ ਤੁਹਾਨੂੰ ਉਹ ਚੰਗਾ ਲੱਗਣ ਲੱਗ ਪੈਂਦਾ। ਪਰ ਤੁਸੀਂ ਇਹ ਦੇਖੋ ਕਿ ਉਸ ਦੇ ਵਿੱਚ ਤੁਸੀਂ ਕੋਰਸ ਦੀ ਫੀਸ ਦੇਖੋ ਕਿ ਕੋਰਸ ਦੀ ਫੀਸ 'ਚ ਜੇ 200 400 500 $1000 ਵੱਧ ਘੱਟ ਵੀ ਹੈਗੀ ਹੈ, ਤੇ ਜੇ ਤੁਹਾਨੂੰ ਲੱਗਦਾ ਤੁਹਾਡਾ ਕਰੀਅਰ ਉਹਦੇ ਵਿੱਚ ਬਣ ਸਕਦਾ, ਤੇ $1000 ਸ਼ੁਰੂ 'ਚ ਨਹੀਂ ਚੁਭਣਾ, ਬਾਅਦ 'ਚ ਉੱਥੇ ਲੱਖਾਂ ਡਾਲਰ ਤੱਕ ਗੱਲ ਪਹੁੰਚ ਜਾਂਦੀ ਜੇ ਪੀਆਰ ਲੈਣੀ ਹੁੰਦੀ। ਇਸ ਬਾਰੇ ਕੀ ਕਹੋਗੇ? ਦੇਖੋ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਬਹੁਤ ਸਾਰੇ ਲੋਕ, ਬਹੁਤ ਸਾਰੇ ਏਜੰਟ, ਬਹੁਤ ਸਾਰੇ ਬੱਚੇ ਜਿਹੜੇ ਘੱਟ ਪੈਸਿਆਂ ਦੇ ਚੱਕਰ ਦੇ ਵਿੱਚ ਸਸਤੇ ਕਾਲਜ ਚੁਣ ਲੈਂਦੇ। ਉਹ ਕੋਰਸ ਕਰਨ ਤੋਂ ਬਾਅਦ ਬੱਚੇ ਦਾ, ਕਿਉਂਕਿ ਟਾਰਗੇਟ ਕੀ ਹੈ ਵੀਜ਼ਾ, ਬੱਚਾ ਉੱਥੇ ਜਾ ਕੇ ਹੀ ਕਾਲਜ ਦੀ ਸਟੱਡੀ 'ਚ ਬਿਜ਼ੀ ਹੋ ਜਾਂਦਾ। ਬੱਚਾ ਕਦੀ ਨਹੀਂ ਸੋਚਦਾ ਕਿ ਮੈਂ ਵਰਕ ਪਰਮਿਟ ਕਿੱਦਾਂ ਲੈਣਾ, ਪੀਆਰ ਕਿੱਦਾਂ ਲੈਣੀ। ਉਹ ਸੋਚੇਗਾ ਉਦੋਂ ਜਿੱਦਣ ਉਹਦੀ ਪੜ੍ਹਾਈ ਖਤਮ ਹੋਏਗੀ। ਬਟ ਅਸੀਂ ਇਹ ਚੀਜ਼ਾਂ ਉਹਨੂੰ ਡੇ 1 ਤੋਂ ਹੀ ਸਮਝਾਉਂਦੇ ਆ। ਗੁਰਪ੍ਰੀਤ ਦੀ ਗੱਲ ਕਰੀਏ ਤੇ ਤੁਸੀਂ ਗੁਰਪ੍ਰੀਤ ਨੂੰ ਪੁੱਛ ਸਕਦੇ ਹੋ, ਇਹਨਾਂ ਨੂੰ ਇਹ ਚੀਜ਼ਾਂ ਜਿਹੜੀਆਂ ਇਹਨਾਂ ਨੇ 2 ਸਾਲ ਬਾਅਦ ਪੁੱਛਣੀਆਂ ਸੀ, ਇਹਨਾਂ ਨੂੰ ਪਹਿਲੇ ਦਿਨ ਹੀ ਦੱਸੀਆਂ ਕਿ ਕਿਹੜੀ ਪ੍ਰੋਵਿੰਸ ਜਾਣਾ, ਕਿੱਥੇ ਤੁਸੀਂ ਪੀਆਰ ਹੋ ਸਕਦੀ। ਐਗਜ਼ਾਮਪਲ ਕਿ ਅਗਰ ਇਹ ਸਾਡਾ ਆਫਿਸ 1000 ਸਕੁਅਰ ਫੁੱਟ ਦਾ, 1000 ਸਕੁਅਰ ਫੁੱਟ ਦੇ ਵਿੱਚ ਮੈਕਸਿਮਮ ਅਸੀਂ 50 ਬੰਦੇ ਬਿਠਾ ਸਕਦੇ ਹਾਂ, ਤੇ ਜੇ ਇੱਥੇ 200 ਬੰਦਾ ਬੈਠ ਜੇ ਤਾਂ ਉਹਨੂੰ ਜਸਟ ਕਰਨਾ ਡਿਫਿਕਲਟ ਹੋ ਜਾਏਗਾ। ਸੋ ਇਹੀ ਚੱਕਰ ਹੈ। ਅੱਜ ਬਹੁਤ ਸਾਰੇ ਬੱਚੇ ਕੈਨੇਡਾ ਦਾ ਨਾਂ ਆਉਂਦਾ ਤੇ ਇੱਕ ਹੀ ਰੱਟ ਲਾਈ ਟੋਰਾਂਟੋ ਜਾਣਾ। ਹੁਣ ਟੋਰਾਂਟੋ ਦੇ ਵਿੱਚ ਜੇ 10,000 ਲੋਕਾਂ ਦੇ ਰਹਿਣ ਦੀ ਸ਼ਮਤਾ ਸੀ ਤੇ ਉੱਥੇ ਲੱਖਾਂ ਲੋਕ ਪਹੁੰਚਣਗੇ ਤੇ ਰਹਿਣ ਨੂੰ ਜਗ੍ਹਾ ਨਹੀਂ ਮਿਲਣੀ, ਉੱਥੇ ਪੱਕੇ ਨਹੀਂ ਹੋ ਸਕਦੇ। ਉਸ ਪ੍ਰੋਵਿੰਸ ਦੇ ਵਿੱਚ ਜਾਓ ਜਿੱਥੇ ਤੁਸੀਂ ਚੰਗਾ ਕੋਰਸ ਲੈ ਕੇ। ਕੀ ਸੁਜੈਸਟ ਕਰਦੇ ਹੋ ਜੀ? ਕੀ ਸੁਜੈਸਟ ਕਰਦੇ ਹੋ? ਓਨਟਾਰੀਓ ਨੂੰ ਲੈ ਕੇ ਪਹਿਲਾਂ ਬੜਾ ਕਰੇਜ਼ ਸੀਗਾ, ਅੱਜ ਦੀ ਡੇਟ ਦੇ ਵਿੱਚ ਕਿਊਬਿਕ ਦੀ ਗੱਲ ਹੁੰਦੀ ਹੈ, ਜੇ ਆਪਾਂ ਕੰਪੇਅਰ ਕਰੀਏ ਤੇ ਕੀ ਬੈਟਰ? ਦੇਖੋ, ਬੈਟਰ ਇਹ ਨਹੀਂ ਮੈਂ ਕਹਿੰਦਾ ਕਿ ontario ਮਾੜਾ ਹੈ, ਕਿਊਬਿਕ ਵਧੀਆ ਹੈ ਜਾਂ ਵੈਨਕੂਵਰ ਮਾੜਾ ਹੈ। ਇੱਥੇ ਮਾੜੇ ਜਾਂ ਚੰਗੇ ਦੀ ਗੱਲ ਨਹੀਂ, ਇੱਥੇ ਗੱਲ ਕੀ ਆ ਕਿ 1000 ਸਕੁਅਰ ਫੁੱਟ ਜਗ੍ਹਾ ਹੈ ਜਿੱਥੇ 50 ਬੰਦੇ ਰਹਿ ਸਕਦੇ, ਉੱਥੇ ਆਲਰੇਡੀ 1000 ਆ ਚੁੱਕਾ, ਉੱਥੇ ਸੈਟਲ ਹੋਣ ਦੀ ਜਗ੍ਹਾ ਖਤਮ ਹੋ ਚੁੱਕੀ ਹੈ। ਉੱਥੋਂ ਦੀ ਗਵਰਨਮੈਂਟ ਦੇ ਕੋਲੋਂ ਆਪਾਂ ਨੂੰ ਪੀਆਰ ਲੈਣੀ ਡਿਫਿਕਲਟ ਹੋ ਗਈ ਆ। ਅੱਜ ਉਸ ਪ੍ਰੋਵਿੰਸ ਦੇ ਵਿੱਚ ਬੱਚਿਆਂ ਨੂੰ ਜਾਣਾ ਪਊਗਾ ਜਿੱਥੇ ਉਹ ਪੀਆਰ ਲੈ ਸਕਦੇ ਆ। ਅੱਜ ਬਹੁਤ ਸਾਰੇ ਬੱਚੇ ਬਰੈਂਪਟਨ ਦੇ ਵਿੱਚ ਪੜ੍ਹ ਕੇ 2 ਸਾਲ ਬਾਅਦ ਮੂਵ ਹੁੰਦੇ ਦੂਜੀ ਜਗ੍ਹਾ, ਕਿਊਬਿਕ ਜਾਂ ਨੋਵਾ ਸਕੋਸ਼ੀਆ ਵਾਲੀ ਸਾਈਡ ਤੇ ਜਾਂਦੇ ਨੇ। ਸੋ ਇਹ ਮੇਰੀ ਸੁਜੈਸ਼ਨ ਹੈ ਕਿ ਆਪਾਂ ਪਹਿਲੇ ਦਿਨ ਹੀ ਉੱਥੇ ਜਾਈਏ ਜਿੱਥੇ ਅਸੀਂ ਪੱਕੇ ਹੋ ਸਕਦੇ ਹਾਂ, ਔਰ ਸਰਕਾਰੀ ਕਾਲਜ ਲੈ ਕੇ ਜਾਓ। ਪ੍ਰਾਈਵੇਟ ਕਾਲਜ ਘੱਟ ਫੀਸਾਂ ਦੇ ਚੱਕਰ 'ਚ ਮੇਰਾ ਸਵਾਲ ਸੀ ਐਜੂਕੇਸ਼ਨ ਲੈਵਲ ਤੇ ਵਿਚ ਸਟੇਟ ਇਜ਼ ਬੈਟਰ, ਓਨਟਾਰੀਓ ਔਰ ਕਿਊਬਿਕ। ਸੋ ਕਿਊਬਿਕ ਦੇ ਵਿੱਚ ਕੀ ਬੈਨੀਫਿਟ ਹੈਗਾ ਕਿ ਤੁਸੀਂ ਸਿਰਫ 1800 ਘੰਟੇ ਦੀ ਪੜ੍ਹਾਈ ਕਰਕੇ ਚੰਗਾ ਕੋਰਸ ਲੈ ਕੇ ਤੁਸੀਂ ਆਪਣਾ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ, ਉਸ ਤੋਂ ਬਾਅਦ ਈਜ਼ੀਲੀ ਪੀਆਰ ਹਾਸਲ ਕਰ ਸਕਦੇ ਹੋ। ਸੋ ਕਿਊਬਿਕ ਦੇ ਵਿੱਚ ਜੇ ontario ਦੇ ਕੰਪੈਰੀਜ਼ਨ ਆਪਾਂ ਕਿਊਬਿਕ ਦੀ ਗੱਲ ਕਰੀਏ ਤੇ ਜਿੰਨੀ ਫੀਸ ontario ਦੇ ਕਾਲਜਾਂ ਦੀ 1 ਸਾਲ ਦੀ ਆ, ਓਨੀ ਹੀ ਫੀਸ ਦੇ ਵਿੱਚ ਕਿਊਬਿਕ ਦੇ ਵਿੱਚ 2 ਸਾਲ ਦੀ ਪੜ੍ਹਾਈ ਖਤਮ ਹੋ ਜਾਂਦੀ ਹੈ। ਬੈਨੀਫਿਟ ਦੋਨਾਂ ਦੇ ਹੀ ਸੇਮ ਆ। ਸੋ ਇੱਥੇ ਇਹ ਨਹੀਂ ਹੈਗਾ ਕਿ ਤੁਸੀਂ ਸਰਕਾਰੀ ਕਾਲਜ 'ਚ ਪੜ੍ਹ ਲੋਗੇ ਤੇ ਤੁਹਾਨੂੰ ਜਿਹੜੇ ਘੱਟ ਫਾਇਦਾ ਹੋਊਗਾ ਜਾਂ ਪ੍ਰਾਈਵੇਟ 'ਚ ਪੜ੍ਹ ਲੋਗੇ ਵੱਧ ਫਾਇਦਾ ਹੋਊਗਾ। ਜੋ ਵੀ ਤੁਸੀਂ ਐਜੂਕੇਸ਼ਨ ਲੈ ਰਹੇ ਹੋ ਕਿਸੇ ਵੀ ਕਾਲਜ ਦੇ ਵਿੱਚ, ਉਹਦੇ ਪੀਆਰ ਅਪਲਾਈ ਕਰਨ ਲਈ ਸੇਮ ਹੀ ਪੁਆਇੰਟ ਮਿਲਨੇ ਨੇ। ਸੋ ਇਸ ਲਈ ਆਪਣੇ ਮਾਂ-ਬਾਪ ਦੀ ਮਿਹਨਤ ਦੀ ਕਮਾਈ ਨੂੰ ਤੁਸੀਂ ਕਿੱਦਾਂ ਸੇਵ ਕਰਨਾ ਹੈ, ਉੱਥੇ ਕਿੱਦਾਂ ਪੱਕੇ ਹੋਣਾ ਹੈ, ਉਹ ਕੰਸਲਟੈਂਟ ਲੱਭੋ ਜਿਹੜਾ ਤੁਹਾਨੂੰ ਪਹਿਲੇ ਦਿਨ ਇਹ ਸਲਾਹ ਦਿੰਦਾ। ਬਟ ਜਿਹੜਾ ਤੁਹਾਨੂੰ ਪਹਿਲੇ ਦਿਨ ਇਹ ਸਲਾਹ ਦਿੰਦਾ ਕਿ ਵੀਜ਼ਾ ਕਿੱਦਾਂ ਲੈਣਾ, ਸੋ ਉਹ ਤੁਸੀਂ ਆਪਣੇ ਆਪ ਨਾਲ ਧੋਖਾ ਕਰ ਰਹੇ ਹੋ। 2 ਮਿੰਟ ਦੀ ਖੁਸ਼ੀ ਤੇ ਸਾਰੀ ਜ਼ਿੰਦਗੀ ਦਾ ਦੁੱਖ। ਮਿਨੀਮਮ ਮੈਂ ਫੀਸ ਸਟਰਕਚਰ ਦੀ ਗੱਲ ਕਰਾਂਗਾ ਜੀ, ਇੱਕ ਜਾਣਕਾਰੀ ਹੋਰ ਦੇ ਦਿਓ। ਮਿਨੀਮਮ ਫੀਸ ਸਟਰਕਚਰ ਕੀ ਹੈਗਾ ਕਿਊਬਿਕ ਦੇ ਵਿੱਚ? ਕਿਊਬਿਕ ਦੀ ਜੇ ਗੱਲ ਕਰਾਂ ਤੇ
$6500 ਤੋਂ ਫੀਸ ਸਟਾਰਟ ਹੋ ਜਾਂਦੀ ਹੈ। ਇੰਡੀਅਨ ਕਰੰਸੀ 'ਚ ਗੱਲ ਕਰੀਏ ਤੇ 3.5 ਲੱਖ ਤੋਂ ਸਟਾਰਟ ਹੋ ਜਾਂਦੀ ਸਾਡੇ 6 ਮਹੀਨੇ ਜਾਂ 1 ਸਾਲ? 1 ਸਾਲ ਦੀ ਫੀਸ। ਚਲੋ ਜੀ 1 ਸਾਲ ਦੀ ਫੀਸ ਸਿਰਫ ਔਰ ਸਿਰਫ $6500। $6500 'ਚ ਮੈਂ ਇਹ ਸੋਚਦਾ ਕਿ ਇੰਡੀਆ ਦੇ ਵਿੱਚ ਵੀ ਜੇਕਰ ਤੁਸੀਂ ਚੰਗੀ ਯੂਨੀਵਰਸਿਟੀ ਲੈਣੀ ਹੈ ਨਾ ਤਾਂ ਉੱਥੇ ਵੀ ਤੁਹਾਨੂੰ ਇਸ ਤੋਂ ਵੱਧ ਫੀਸ ਦੇਣੀ ਪਏਗੀ। ਔਰ ਇੱਥੇ ਚੰਗੀ ਯੂਨੀਵਰਸਿਟੀ ਲੈਣ ਲਈ ਹਜ਼ਾਰਾਂ ਤਰ੍ਹਾਂ ਦੇ ਕੰਪੀਟੀਸ਼ਨ ਤੁਹਾਨੂੰ ਲੜਨੇ ਪੈਣਗੇ। ਔਰ ਪਾਪੂਲੇਸ਼ਨ ਹਾਈ ਹੋਣ ਕਰਕੇ ਇੱਥੇ ਵੀ ਚੰਗੀਆਂ ਯੂਨੀਵਰਸਿਟੀਆਂ ਦੇ ਵਿੱਚ ਐਡਮਿਸ਼ਨ ਨਹੀਂ ਮਿਲਦੀ। ਚਲੋ ਮੁੱਕਦੀ ਗੱਲ ਤੇ ਆਈਏ ਜੀ, ਦੁਬਾਰਾ ਉਸੇ ਗੱਲ ਤੇ ਆਵਾਂਗੇ ਜਾਂਦੇ ਜਾਂਦੇ। ਰਿਫਿਊਜ਼ਲ ਕੇਸ, ਜਿਹੜੇ ਰਿਫਿਊਜ਼ ਕੇਸ ਨੇ ਉਹਨਾਂ ਬੱਚਿਆਂ ਵਾਸਤੇ ਕੀ? ਦੇਖੋ ਕੈਨੇਡਾ ਦੇ ਜਦੋਂ ਵੀ VFS ਸੈਂਟਰ ਖੁੱਲੇ ਨੇ, AIP ਤੇ ਸਾਡੇ ਪਹਿਲਾਂ ਵੀ ਕਾਫੀ ਬੱਚਿਆਂ ਦੇ ਆ ਗਏ ਸੀ। ਸੋ ਕੈਨੇਡਾ ਅੱਜ ਗੁਰਪ੍ਰੀਤ ਨੂੰ ਮਿਲਾਉਣ ਦਾ ਇੱਕ ਹੀ ਮਕਸਦ ਹੈ ਸਾਰੀ ਦੁਨੀਆ ਦੇ ਨਾਲ ਕਿ ਰਿਫਿਊਜ਼ਲ ਹੋਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਦੁਬਾਰਾ ਕੈਨੇਡਾ ਨਹੀਂ ਜਾ ਸਕਦੇ। ਰਿਫਿਊਜ਼ ਇੱਕ ਵਾਰ ਹੋ, 2 ਵਾਰ ਹੋ, 10 ਵਾਰ ਰਿਫਿਊਜ਼ਲ ਲੈਟਰ ਲੈ ਕੇ ਆਓ। ਅਸੀਂ ਤੁਹਾਡੀ ਰਿਫਿਊਜ਼ਲ ਨੂੰ ਵੀਜ਼ਾ ਦੇ ਵਿੱਚ ਤਬਦੀਲ ਕਰਨ ਲਈ ਗਾਈਡੈਂਸ ਦੇਵਾਂਗੇ, ਹੈਲਪ ਕਰਾਂਗੇ। ਔਰ ਜੇਕਰ ਤੁਹਾਡੇ 'ਚ ਕਾਬਲੀਅਤ ਹੈ ਤਾਂ ਤੁਹਾਡਾ ਵੀਜ਼ਾ ਦੁਨੀਆ ਦੀ ਤਾਕਤ ਕੋਈ ਰੋਕ ਨਹੀਂ ਸਕਦੀ। ਔਰ ਤੁਹਾਡੇ ਹੀ ਕਾਬਲੀਅਤ ਦੇ, ਤੁਹਾਡੇ ਹੀ ਡਾਕੂਮੈਂਟ ਦੇ ਸਹਾਰੇ ਅਸੀਂ ਤੁਹਾਨੂੰ ਵੀਜ਼ਾ ਲੈਣ ਦੇ ਵਿੱਚ ਮਦਦ ਕਰਾਂਗੇ। ਇੱਕ ਵਾਰ ਰਿਫਿਊਜ਼ ਹੋ, 10 ਵਾਰ ਰਿਫਿਊਜ਼ ਹੋ। ਐਗਜ਼ਾਮਪਲ ਤੁਹਾਡੇ ਸਾਹਮਣੇ ਹੈ ਗੁਰਪ੍ਰੀਤ ਕਿ ਇਹਦੀ ਸਿਸਟਰ ਵੀ ਕਿਸੇ ਕੰਸਲਟੈਂਟ ਤੋਂ ਰਿਫਿਊਜ਼ ਸੀ, ਇਹ ਵੀ 2 ਵਾਰ ਰਿਫਿਊਜ਼ ਸਨ ਤੇ ਅੱਜ ਹੱਥ ਦੇ ਵਿੱਚ ਵੀਜ਼ਾ ਹੈ। ਬਟ ਇਹਨਾਂ ਦੇ ਹੱਥ 'ਚ ਇਕੱਲਾ ਵੀਜ਼ਾ ਨਹੀਂ, ਇਹਨਾਂ ਦੇ ਹੱਥ ਦੇ ਵਿੱਚ ਇਹਨਾਂ ਦਾ ਤੇ ਕੈਨੇਡਾ ਦੇ ਸੈਟਲ ਹੋਣ ਦਾ ਪਲਾਨ। ਇਹਨਾਂ ਨੂੰ ਉਹ ਕੋਰਸ ਲੈ ਕੇ ਦਿੱਤਾ ਹੈ ਜਿੱਥੇ ਪੜ੍ਹਾਈ ਕਰਨ ਤੋਂ ਬਾਅਦ ਵਰਕ ਪਰਮਿਟ ਲੈ ਸਕਦੇ, ਕਿੱਦਾਂ PR ਲੈ ਸਕਦੇ। ਔਰ ਮੈਂ ਸਮਝਦਾ ਕਿ ਜਿਹੜਾ ਬੱਚਾ ਸਾਡੇ ਤੋਂ ਕਾਉਂਸਲਿੰਗ ਲੈਂਦਾ ਹੈ ਉਹ ਕਦੀ ਦਰ ਭਟਕੇਗਾ ਨਹੀਂ। ਅੱਜ ਇਹਨਾਂ ਦੀ ਜਿਹੜੀ ਸਕਸੈਸ ਆ 2 ਸਾਲ ਬਾਅਦ ਇਹਨਾਂ ਨੂੰ ਹੱਥ 'ਚ ਦੇ ਕੇ ਭੇਜ ਰਹੇ ਆ ਕਿ ਕਿੱਦਾਂ ਜੌਬ ਲੈਣੀ ਹੈ, ਕਿੱਦਾਂ ਉੱਥੇ ਤੁਸੀਂ PR ਅਪਲਾਈ ਕਰਨੀ ਹੈ। ਸੋ ਕਿਸੇ ਵੀ ਚੀਜ਼ ਦੀ ਇਹਨਾਂ ਨੂੰ ਟੈਨਸ਼ਨ ਨਹੀਂ ਹੈਗੀ। ਲੋ ਜੀ ਚਲੋ, ਜੇ ਤੁਸੀਂ ਵੀ ਮੁਕਾਣੀ ਹੈ ਆਪਣੀ ਟੈਨਸ਼ਨ ਤੇ ਜਾਂਦੇ ਜਾਂਦੇ ਇਹੀ ਸਲਾਹ ਦੇਵਾਂਗਾ ਕਿ ਜਦੋਂ ਵੀ ਕਿਸੇ ਵੀ ਤੁਸੀਂ ਕੰਸਲਟੈਂਟ ਕੋ ਜਾਂਦੇ ਹੋ ਤੇ ਉਹਦੀ ਸਲਾਹ ਜ਼ਰੂਰ ਲਵੋ। ਉਹ ਸਲਾਹਕਾਰ ਹੈ, ਤੁਸੀਂ ਬੇਸ਼ੱਕ ਉਸ ਨੂੰ ਏਜੰਟ ਸਮਝੀ ਜਾਓ। ਜੇਕਰ ਉਹ ਵੀ ਤੁਹਾਨੂੰ ਏਜੰਟ ਵਾਂਗਣ ਟਰੀਟ ਕਰੇਗਾ ਤੇ ਫਿਰ ਗੱਲ ਕਿਤੇ ਹੋਰ ਚੱਲ ਜਾਣੀ ਹੈ। ਬੇਸਿਕਲੀ ਜੇ ਆਪਾਂ ਕਰੀਅਰ ਦੀ ਗੱਲ ਕਰਾਂਗੇ, ਕੈਨੇਡਾ ਜਾ ਕੇ ਕਰਨਾ ਕੀ ਹੈ? ਵੀਜ਼ਾ ਲਵਾ ਕੇ ਕੀ ਕਰਨਾ? ਆਪਾਂ ਕਰਨਾ ਕੀ? ਆਪਣਾ ਕਰੀਅਰ ਬਣਾਉਣਾ। ਜੇਕਰ ਬਣਾਉਣਾ ਕਰੀਅਰ ਤੇ ਕਰੀਅਰ ਦੀ ਜਾਣਕਾਰੀ ਜ਼ਰੂਰ ਲਵੋ। ਵੀਜ਼ਾ ਜਿੱਥੋਂ ਮਰਜ਼ੀ ਲਵਾਓ, ਜਿਹੜਾ ਮਰਜ਼ੀ ਬੰਦਾ ਤੁਹਾਡੀ ਪ੍ਰੋਸੈਸ ਕਰੇ, ਪਰ ਕਰਵਾਓ ਉਸੇ ਕੋਲੋਂ ਜਿਸ ਤੇ ਤੁਹਾਨੂੰ ਭਰੋਸਾ ਹੋਵੇ। ਅਸੀਂ ਨਹੀਂ ਕਹਿੰਦੇ ਕਿ ਤੁਸੀਂ ਕਿਸੇ ਸਪੈਸੀਫਿਕ ਬੰਦੇ ਕੋਲ ਜਾਓ, ਪਰ ਜਿਹਦੇ ਕੋਲ ਵੀ ਜਾਓ ਘੱਟੋ ਘੱਟ ਜਿਹੀਆਂ ਜਾਣਕਾਰੀਆਂ ਜ਼ਰੂਰ ਹਾਸਿਲ ਕਰੋ। ਤੇ ਰਿਫਿਊਜ਼ ਵਾਲੇ ਬੱਚਿਆਂ ਨੂੰ ਮੇਰੀ ਸਲਾਹ ਹੈ ਕਿ ਆਪਣੀ ਹਿੰਮਤ ਹਾਰ ਕੇ ਆਪਣੇ ਘਰ ਦੇ ਵਿੱਚ ਵੜ ਕੇ ਨਾ ਬੈਠੋ, ਹੌਸਲਾ ਰੱਖੋ। ਜੇਕਰ ਤੁਹਾਡੇ ਵਿੱਚ ਹਿੰਮਤ ਹੋਏਗੀ, ਤੁਸੀਂ ਡਿਜ਼ਰਵ ਕਰਦੇ ਹੋ ਤੇ ਤੁਹਾਡਾ ਵੀਜ਼ਾ ਜ਼ਰੂਰ ਲੱਗੇਗਾ। ਪਰ ਕਮੀਆਂ ਥੋੜੀਆਂ ਸੁਧਾਰ ਕੇ, ਇਹ ਨਹੀਂ ਹੈਗਾ ਕਿ ਅੱਜ ਰਿਫਿਊਜ਼ ਹੋ ਗਿਆ ਤੇ ਕੱਲ ਨੂੰ ਫੇਰ ਆਪਾਂ ਜਿੱਦ 'ਚ ਪੈ ਜਾਈਏ। ਨਹੀਂ ਜੀ, ਲਾ ਦਿਓ। ਜੇ ਇੱਦਾਂ ਆਉਣਾ ਤੇ ਫਿਰ 3 ਕੀ 4 ਕੀ 5 ਕੀ 10 ਰਿਫਿਊਜ਼ਲਾਂ ਵੀ ਆਏ ਨਹੀਂ, ਫਿਰ ਵੀਜ਼ਾ ਨਹੀਂ ਲੱਗਣਾ। ਜੇ ਵੀਜ਼ਾ ਲੱਗਣਾ ਤੇ ਸੁਧਾਰ ਆਪਣੇ ਆਪ 'ਚ ਵੀ ਕਰਨਾ ਪੈਣਾ ਤੇ ਜਾਣਕਾਰੀ ਲੈਣ ਦਾ ਤਰੀਕਾ ਵੀ ਬਦਲਣਾ ਪੈਣਾ। ਸੋ ਮੈਂ ਨਿਖਿਲ ਸ਼ਰਮਾ ਇੱਕ ਵਾਰ ਫੇਰ ਇਜਾਜ਼ਤ ਲੈਣਾ, ਤੁਹਾਡੇ ਕੋਲ ਫੇਰ ਹਾਜ਼ਰ ਹੋਵਾਂਗਾ ਵੀਜ਼ਾ ਕੀ ਪ੍ਰੋਗਰਾਮ ਦੇ ਵਿੱਚ ਤੇ ਦੇਵਾਂਗੇ ਤੁਹਾਨੂੰ ਸੱਚੀ ਤੇ ਸਟੀਕ ਜਾਣਕਾਰੀ।